का क्या धोपै स्वामी, मानस की गत एही। संत सरन जो जन परै, सो जन उदरनहार। संत की निंदा नानका, बहुर बहुर अवतार। निर्गुण राख लिया संतन का सदका, सतगुर ढाक लिया मोहे पापी पड़दा। ढाकन हारे प्रभु हमारे, जिय प्राण सुख दाते। अविनाशी अवगत स्वामी, पूरन पुरख विधाते। उस्तत कहन न जाए तुम्हारी, कौन कहे तू काद का। नानक दास ताकै बलिहारी, मिलै नाम हर निमका। जोत रूप हर आप, गुरु नानक कहाया। ताते अंगद भया, तत स्यों तत मिलाया। अंगद कृपा धार, अमर सतगुर थिर किया। अंगद कृपा धार, अमर सतगुर थिर किया। अमरदास अमृत छतर, गुर राम दियो। गुरु रामदास दर्शन परस, कह मथुरा अमृत बैण। मूरत पंच प्रमाण पुरख, गुर अर्जन भिखहो नैन। कहा बुद्ध प्रभ तुझ हमारी, बरन सकै महिमा जो तिहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। सतनाम श्री वाहेगुरु साहिब।
ਸਾਹਿਬ ਜੀ। ਆਸਾ ਮਹੱਲਾ ਪੰਜਵਾ। ਆਠ ਪਹਿਰ ਨਿਕਟ ਕਰ ਜਾਣੈ, ਸਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ। ਆਠ ਪਹਿਰ ਨਿਕਟ ਕਰ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅਮੋਲਕ ਜੀਵਨ ਨੂੰ ਸਫਲਿਆਂ ਬਣਾਉਣ ਲਈ ਸਤਿਗੁਰੂ ਜੀ ਨੇ ਜੀਵਨ ਦੇ ਅੰਦਰ ਬਹੁਤ ਹੀ ਸੁਖਾਲਾ ਇਹ ਸਾਧਨ ਬਖਸ਼ਿਸ਼ ਕੀਤਾ ਹੈ। ਪਿਆਰ ਦੇ ਨਾਲ ਸਤ ਸੰਗਤ ਵਿੱਚ ਜੁੜ ਕੇ ਪਰਮਾਤਮਾ ਦਾ ਜਸ ਸਰਵਣ ਕਰਨਾ, ਅੰਮ੍ਰਿਤਮਈ ਗੁਰਬਾਣੀ ਸਰਵਣ ਕਰਨੀ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰ ਲੈਣਾ, ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਲੈਣਾ। ਇਹ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਸੁਖਾਲਾ ਜੀਵਨ ਦੀ ਸਫਲਤਾ ਦੇ ਲਈ ਸਤ ਸੰਗਤ ਦਾ ਸਾਧਨ ਬਖਸ਼ਿਸ਼ ਕੀਤਾ ਹੈ। ਹੋਰ ਜਿੰਨੇ ਵੀ ਦੁਨੀਆ ਦੇ ਸਾਧਨ ਹਨ, ਸੰਸਾਰ ਭਰ ਦੇ ਅੰਦਰ ਤਮਾਮ ਤਰ੍ਹਾਂ ਤਰ੍ਹਾਂ ਦੇ ਸਾਧਨ ਸਾਧੇ ਜਾਂਦੇ ਹਨ। ਉਹਨਾਂ ਸਾਧਨਾਂ ਦੇ ਵਿੱਚ ਮਸ਼ੱਕਤ ਬਹੁਤੀ ਘਾਲਣੀ ਪੈਂਦੀ ਹੈ, ਮਿਹਨਤ ਬਹੁਤੀ ਕਰਨੀ ਪੈਂਦੀ ਹੈ। ਘਾਲਣਾ ਜ਼ਿਆਦਾ ਘਾਲਣ ਦੇ ਬਾਵਜੂਦ ਵੀ ਫਲ ਥੋੜ੍ਹਾ ਜਿਹਾ ਪ੍ਰਾਪਤ ਹੁੰਦਾ ਹੈ। ਪਰ ਸਤ ਸੰਗਤ ਨੂੰ ਮਹਾਰਾਜ ਸਾਹਿਬ ਜੀ ਨੇ ਐਸੀ ਮਹਾਨ ਇਹ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੇ ਵਿੱਚ ਐਸੀ ਮਹਾਨ ਸ਼ਕਤੀ ਪ੍ਰਮਾਤਮਾ ਨੇ ਪਾਈ ਹੈ। ਥੋੜ੍ਹਾ ਸਮਾਂ ਵੀ ਜੇਕਰ ਪਿਆਰ ਦੇ ਨਾਲ ਸਤ ਸੰਗਤ ਕੀਤੀ ਜਾਵੇ, ਉਹਦਾ ਫਲ ਕਈ ਗੁਣਾ ਵੱਧ ਜੀਵਨ ਨੂੰ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਜੀ ਦੇ ਭਗਤ ਰਸਨਾ ਦੁਆਰਾ ਅਸੀਂ ਬਚਨ ਪੜ੍ਹਦੇ ਹਾਂ, ਕਬੀਰ ਏਕ ਘੜੀ ਆਦਿ ਕਰੇ, ਆਦਿ ਹੋ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇਹਦੇ ਵਿੱਚ ਲਾਭ ਹੀ ਲਾਭ ਹੈ, ਕਿਤੇ ਵੀ ਘਾਟਾ ਪੈਣ ਵਾਲਾ ਨਹੀਂ। ਪਰ ਬੇਸਮਝਤਾ ਹੋਣੇ ਕਰਕੇ ਅਸੀਂ ਕਈ ਵਾਰ ਸ਼ੰਕਾ ਕਰਦੇ ਹਾਂ, ਜੇ ਇੰਨਾ ਸਮਾਂ ਹੋ ਗਿਆ ਸਾਨੂੰ ਸੰਗਤ ਕਰਦੇ ਹਾਂ, ਗੁਰੂ ਘਰ ਵਿੱਚ ਆਉਂਦੇ ਸਾਨੂੰ ਤਾਂ ਕੁਝ ਪ੍ਰਾਪਤ ਹੋਇਆ ਹੀ ਨਹੀਂ ਹੈ, ਪਤਾ ਨਹੀਂ ਸਾਨੂੰ ਕੁਝ ਮਿਲੇਗਾ ਵੀ ਕਿ ਨਹੀਂ ਮਿਲੇਗਾ। ਪਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਸ਼ਰਨ ਵਿੱਚ ਆਏ ਹੋਏ ਸਿੱਖ ਨੂੰ ਆਪ ਜੀ ਖਾਲੀ ਮੋੜ ਦਿੰਦੇ ਹੋ? ਹੇ ਮਹਾਰਾਜ, ਆਪ ਜੀ ਉਸੇ ਤਰ੍ਹਾਂ ਹੀ ਸਿੱਖ ਨੂੰ ਆਏ ਹੋਏ ਨੂੰ ਸ਼ਰਨ ਵਿੱਚੋਂ ਭੇਜ ਦਿੰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਕਦੇ ਖਾਲੀ ਨਹੀਂ ਜਾਣ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ, ਜ਼ਰੂਰ ਪਰ ਜ਼ਰੂਰ ਝੋਲੀ ਵਿੱਚ ਦਾਤ ਪਾਉਂਦੇ ਹਨ। ਐਸੀ ਮਹਾਨ ਸਤ ਸੰਗਤ ਦੀ ਵਡਿਆਈ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ
ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਆਠ ਪਹਿਰ ਨਿਕਟ ਕਰ ਜਾਣੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਆਸਾ ਰਾਗ ਦੇ ਅੰਦਰ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਿੱਖਾਂ ਦੇ ਬੇਨਤੀ ਕਰਨ ਦੇ ਹੈ ਮਹਾਰਾਜ, ਪਰਮੇਸ਼ਰ ਦੇ ਪਿਆਰੇ ਸੰਤਾਂ ਮਹਾਂਪੁਰਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਮਹਾਰਾਜ ਕਿਰਪਾ ਕਰਕੇ ਆਪ ਜੀ ਦੱਸੋ, ਸਤਿਪੁਰਸ਼ਾਂ ਦਾ ਬੰਦਗੀ ਕਰਨ ਵਾਲਿਆਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਮਹਾਰਾਜ ਕਿਹੋ ਜਿਹੀ ਉਹਨਾਂ ਦੀ ਮਹਿਮਾ ਹੈ ਸੰਸਾਰ ਦੇ ਅੰਦਰ। ਕਿਹੋ ਜਿਹੇ ਮਹਾਰਾਜ ਮਹਿਮਾ ਕਰਕੇ ਜਸ ਕਰਕੇ ਸੰਸਾਰ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਹੈ। ਹਜੂਰ ਨੇ ਇਸ ਪਾਵਨ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ। ਰਹਾਉ ਦੀਆਂ ਪੰਕਤੀਆਂ ਵਿੱਚ ਸਾਧ ਸੰਗਤ ਜੀ ਸ਼ਬਦ ਦਾ ਸਮੁੱਚਾ ਭਾਵ ਹੁੰਦਾ ਹੈ ਤੇ ਹਜੂਰ ਨੇ ਉਚਾਰਨ ਕੀਤਾ, ਸੰਤ ਰਹਿਤ ਸੁਨਹੁ ਮੇਰੇ ਭਾਈ, ਵਾ ਕੀ ਮਹਿਮਾ ਕਥਨ ਨਾ ਜਾਈ। ਐ ਸੰਸਾਰ ਦੇ ਲੋਗੋ, ਸੰਤ ਇੱਕ ਐਸੀ ਮਹਾਨ ਹਸਤੀ ਹੈ, ਐਸੇ ਪਰਮੇਸ਼ਰ ਦੇ ਪਿਆਰੇ ਬ੍ਰਹਮ ਬੇਤੇ ਹਨ ਜਿਨ੍ਹਾਂ ਦੀ ਮਹਿਮਾ ਸਮਗਰ ਰੂਪ ਦੇ ਵਿੱਚ ਕਥਨ ਕੀਤੀ ਹੀ ਨਹੀਂ ਜਾ ਸਕਦੀ। ਮਨੁੱਖ ਚਾਹ ਕਰਕੇ ਵੀ ਪਰਮੇਸ਼ਰ ਦੇ ਪਿਆਰਿਆਂ ਦੀ ਪੂਰਨ ਮਹਿਮਾ ਨੂੰ ਗਾ ਨਹੀਂ ਸਕਦਾ, ਕਲਮ ਦੇ ਨਾਲ ਲਿਖ ਨਹੀਂ ਸਕਦਾ, ਰਸਨਾ ਦੁਆਰਾ ਕਥਨ ਨਹੀਂ ਕਰ ਸਕਦਾ। ਜਿੰਨੀ ਕੋ ਕਿਸੇ ਨੇ ਪਰਮਾਤਮਾ ਨੇ ਸੋਝੀ ਬਖਸ਼ੀ ਹੈ, ਉਹਨਾਂ ਕੋ ਕਥਨ ਕਰ ਦਿੰਦਾ ਹੈ। ਜਿਨ੍ਹਾਂ ਕੋ ਕਿਸੇ ਕੋ ਸੁਣਿਆ ਹੈ, ਚਾਹੇ ਗ੍ਰੰਥਾਂ ਦੇ ਵਿੱਚੋਂ ਪੜ੍ਹਿਆ। ਪਰ ਮਹਾਰਾਜ ਹਜੂਰ ਦੇ ਵਚਨ ਆਉਂਦੇ ਹਨ ਗੁਰਬਾਣੀ ਅੰਦਰ, ਸਾਧ ਕੀ ਮਹਿਮਾ ਵੇਦ ਨਾ ਜਾਣਹਿ, ਜੇਤਾ ਸੁਨਹਿ ਤੇਤਾ ਬਖਿਆਨਹਿ। ਜਿਨ੍ਹਾਂ ਕੋ ਕਿਸੇ ਤੋਂ ਸੁਣਿਆ, ਕਿਸੇ ਨੇ ਪੜ੍ਹਿਆ, ਜਿੰਨੀ ਕੋ ਪ੍ਰਮਾਤਮਾ ਨੇ ਕਿਸੇ ਨੂੰ ਸੋਝੀ ਬਖਸ਼ੀ ਹੈ, ਉਹਨਾਂ ਕੋ ਕਥਨ ਕਰੀ ਜਾਂਦਾ ਹੈ। ਜੇ ਕਹੇ ਕਿ ਪੂਰੀ ਤਰ੍ਹਾਂ ਸਮਗਰ ਰੂਪ ਦੇ ਵਿੱਚ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਮਹਿਮਾ ਨੂੰ ਕਥਨ ਕਰ ਲਵੇ, ਇਹ ਨਾਮੁਮਕਿਨ ਹੈ। ਕਿਉਂਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਬੇਅੰਤ ਸਤਿਗੁਰੂ ਜੀ ਦੇ ਐਸੇ ਵਚਨ ਹਨ ਜਿਨ੍ਹਾਂ ਵਿੱਚ ਸਤਿਪੁਰਸ਼ਾਂ ਦੀ ਮਹਿਮਾ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਸੰਸਾਰ ਦੇ ਅੰਦਰ ਭਾਵੇਂ ਕੋਈ ਮਨੁੱਖ ਕਿਸੇ ਤਰ੍ਹਾਂ ਦਾ ਸਾਧਨ ਸਾਧਦਾ ਹੈ, ਕੋਈ ਕਿਸੇ ਦੀ ਅਰਾਧਨਾ ਕਰਦਾ ਹੈ, ਕੋਈ ਕਿਸੇ ਢੰਗ ਦੇ ਨਾਲ ਸੰਸਾਰ ਦੇ ਅੰਦਰ ਜੀਵਨ ਦੀ ਸਫਲਤਾ ਵਾਸਤੇ ਕਾਰਜ ਕਰਦਾ ਹੈ, ਪਰ ਸੰਤਾਂ ਮਹਾਂਪੁਰਖਾਂ ਦਾ ਕੇਵਲ ਇੱਕੋ ਇੱਕ ਨਿਸ਼ਚਾ ਹੁੰਦਾ ਹੈ ਪਰਮੇਸ਼ਰ ਦੇ ਨਾਮ ਤੇ। ਜੇ ਭਰੋਸਾ ਹੈ ਉਹ ਵੀ ਪਰਮਾਤਮਾ ਤੇ, ਜੇ ਸ਼ਰਨ ਧਾਰਨ ਕਰਦੇ ਉਹ ਵੀ ਪਰਮਾਤਮਾ ਦੀ ਸ਼ਰਨ ਧਾਰਨ ਕਰਦੇ ਹਨ। ਹੋਰ ਸੰਸਾਰ ਦੇ ਲੋਕ ਕੋਈ ਕਿਸੇ ਤੇ ਭਰੋਸਾ ਬਣਾ ਕੇ ਰੱਖਦਾ ਹੈ, ਕੋਈ ਕਿਸੇ ਤੇ ਰੱਖਦਾ ਹੈ, ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਨੂੰ ਕੇਵਲ ਵਾਹਿਗੁਰੂ ਤੇ ਭਰੋਸਾ ਹੁੰਦਾ ਹੈ। ਫਿਰ ਐਸੀ ਮਹਾਨ ਤੇ ਪਰਮ ਮਹਿਮਾ ਹੈ ਜਿਸ ਨੂੰ ਸਤਿਗੁਰੂ ਜੀ ਕਹਿੰਦੇ ਕਥਨ ਕੀਤਾ ਹੀ ਨਹੀਂ ਜਾ ਸਕਦਾ। ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਦੁਨੀਆ ਦੇ ਰੰਗ ਫਿਰ ਫਿੱਕੇ ਲੱਗਣ ਲੱਗ ਪੈਂਦੇ ਹੈ। ਜਿਨ੍ਹਾਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਜੁੜ ਕੇ ਪਰਮਾਤਮਾ ਚੇਤੇ ਆਉਂਦਾ ਹੈ, ਜਿਨ੍ਹਾਂ ਦੀ ਸੰਗਤ ਵਿੱਚ ਜੁੜ ਕੇ ਪਾਪੀ ਜੀਵਾਂ ਦਾ ਵੀ ਉਧਾਰ ਹੋ ਜਾਂਦਾ ਹੈ, ਪਤਿਤ ਵੀ ਪਵਿੱਤਰ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਐਸੇ ਸਤਿਪੁਰਸ਼ ਪਰਮੇਸ਼ਰ ਦੇ ਪਿਆਰੇ ਰਾਤ ਵੀ ਦਿਨੇ ਵੀ ਅੱਠੇ ਪਹਿਰ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਹਨ। ਸਰੀਰ ਕਰਕੇ ਤਨ ਕਰਕੇ ਭਾਵੇਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਸਾਡੇ ਵਾਂਗ ਹੀ ਹੈ, ਸਰੀਰ ਵੀ ਇਹਨਾਂ ਦਾ ਔਰ ਸਾਡੇ ਅੰਦਰ ਹੀ ਵਿਚਰਦੇ, ਸਾਡੇ ਵਿੱਚ ਹੀ ਇਹ ਤੁਰੇ ਫਿਰਦੇ ਆ, ਗੱਲਾਂ ਬਾਤਾਂ ਵਿਚਾਰਾਂ ਕਰਦੇ ਨੇ,
ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹਿਰਦੇ ਕਰਕੇ ਉਹ ਪ੍ਰਮਾਤਮਾ ਦੇ ਨਾਲ ਹੀ ਜੁੜੇ ਹੁੰਦੇ ਹੈ। ਚਿੱਤ ਬਿਰਤੀ ਉਹਨਾਂ ਦੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੁੰਦੀ ਹੈ। ਬੇਸਬਝ ਅਗਿਆਤ ਮਨੁੱਖ ਭਾਵੇਂ ਕਈ ਤਰ੍ਹਾਂ ਦੇ ਉਹਨਾਂ ਤੇ ਕਟਾਕਸ਼ ਕਰਦਾ ਹੈ, ਕੋਈ ਉਹਨਾਂ ਦੀ ਨਿੰਦਿਆ ਕਰੀ ਜਾਂਦਾ ਹੈ, ਕੋਈ ਉਸਤਤ ਕਰੀ ਜਾਂਦਾ ਹੈ, ਪਰ ਸਮਾਨ ਬਿਰਤੀ ਰੱਖ ਕੇ ਉਹ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਮਹਾਰਾਜ ਜੀ ਦੇ ਪਾਵਨ ਬਚਨ ਆਉਂਦੇ ਗੁਰਬਾਣੀ ਅੰਦਰ, ਹਜੂਰ ਕਹਿੰਦੇ ਜੋ ਲੋਕ ਉਹਨਾਂ ਦੀ ਉਸਤਤ ਕਰਦੇ ਹੈ ਉਹਨਾਂ ਤੇ ਕੋਈ ਉਹਨਾਂ ਦੀ ਖੁਸ਼ੀ ਨਹੀਂ ਹੁੰਦੀ, ਤੇ ਜੋ ਨਿੰਦਿਆ ਕਰਦੇ ਉਹਨਾਂ ਤੇ ਕੋਈ ਗਿਲਾ ਨਹੀਂ ਹੁੰਦਾ। ਐਸੀ ਸਮ ਦ੍ਰਿਸ਼ਟੀ ਔਰ ਸਮ ਬਿਰਤੀ ਰੱਖ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਨਹੀਂ ਤੇ ਸਾਧ ਸੰਗਤ ਜੀ ਕੋਈ ਉਸਤਤ ਕਰੇ ਤਾਂ ਬੜਾ ਸਾਧ ਸੰਗਤ ਜੀ ਮਨੁੱਖ ਖੁਸ਼ ਹੁੰਦਾ, ਬੜੀ ਪ੍ਰਸੰਨਤਾ ਮਿਲਦੀ ਹੈ ਕਿ ਸੰਸਾਰ ਦੇ ਲੋਕ ਮੇਰੀ ਵਾਹ ਵਾਹ ਕਰ ਰਹੇ ਹੈ, ਬੜਾ ਮੈਨੂੰ ਮਾਣ ਸਤਿਕਾਰ ਦੇ ਰਹੇ ਹਨ। ਜੇ ਕੋਈ ਨਿੰਦਿਆ ਕਰੇ ਤੇ ਬੜਾ ਮਨ ਦੇ ਵਿੱਚ ਗੁੱਸਾ ਹੁੰਦਾ ਹੈ, ਮਨੁੱਖ ਬੜਾ ਖਫਾ ਹੁੰਦਾ ਹੈ। ਫਿਰ ਇੱਥੋਂ ਤੱਕ ਕਿ ਕਈ ਤਰ੍ਹਾਂ ਦੇ ਸ਼ਰਾਪ ਦੇਣੇ ਵੀ ਸ਼ੁਰੂ ਕਰ ਦਿੰਦਾ ਹੈ। ਪਰ ਮਹਾਰਾਜ ਕਹਿੰਦੇ ਜਿਹੜਾ ਸਤਿਪੁਰਸ਼ਾਂ ਦਾ ਜੀਵਨ ਹੈ ਇਹ ਸੰਸਾਰ ਦੇ ਲੋਕਾਂ ਦੇ ਨਾਲੋਂ ਬਹੁਤ ਨਿਵੇਕਲਾ ਹੈ, ਬਹੁਤ ਵੱਖਰਾ ਹੈ। ਤਾਂ ਹੀ ਤਾਂ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਜਿਸ ਦੇ ਗਰੀਬ ਨਵਾਜ ਸਤਿਗੁਰੂ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਹੈ, ਉਹ ਵੱਡਿਆਂ ਭਾਗਾਂ ਵਾਲਾ ਪੁਰਖ ਹੀ ਸੰਤਾਂ ਵਾਲਾ ਜੀਵਨ ਜੋ ਇਸ ਮਾਰਗ ਤੇ ਚੱਲਦਾ ਹੈ, ਪਰਮਾਰਥ ਦੇ ਰਸਤੇ ਤੇ ਤੁਰਦਾ ਹੈ, ਭਾਵ ਭਗਤੀ ਦਾ ਮਾਰਗ ਜੀਵਨ ਦੇ ਵਿੱਚ ਗ੍ਰਹਿਣ ਕਰਦਾ ਹੈ। ਨਹੀਂ ਤਾਂ ਮਨੁੱਖ ਸੰਸਾਰ ਦੇ ਸੁੱਖਾਂ ਵਿੱਚ ਹੀ ਪਰਚਿਆ ਰਹਿੰਦਾ ਹੈ, ਜਗਤ ਦੀ ਮੋਹ ਮਮਤਾ ਵਿੱਚ ਗਲਤਾਨ ਹੋ ਕੇ ਹੀ ਆਪਣਾ ਜੀਵਨ ਅਜਾਈਂ ਬਤੀਤ ਕਰਦਾ ਰਹਿੰਦਾ ਹੈ। ਜਿਸ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਤੁਰੋਂ ਹੀ ਪ੍ਰਮਾਤਮਾ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਦੇ ਕਰਕੇ ਨਿਵਾਜਦਾ ਹੈ, ਉਹ ਜਗਤ ਦੀ ਮੋਹ ਮਮਤਾ ਵਿੱਚ ਰਹਿ ਕੇ ਵੀ ਕਮਲ ਦੀ ਤਰ੍ਹਾਂ ਅਸੰਗ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਸਾਧ ਸੰਗਤ ਜੀ, ਮਹਾਰਾਜ ਸਤਿਗੁਰੂ ਜੀ ਦਾ ਭਗਤ ਰਸਨਾ ਦੁਆਰਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਕਿ ਸਤਿਪੁਰਸ਼ ਦਾ ਜੋ ਜੀਵਨ ਹੈ ਉਹ ਸੰਸਾਰ ਦੇ ਲੋਕਾਂ ਦੇ ਨਾਲੋਂ ਕਿਵੇਂ ਵੱਖਰਾ ਹੈ। ਕਿਉਂਕਿ ਜਿਹੜਾ ਬੁੱਧੀ ਦੀ ਤਲ ਤੇ ਜ਼ਿੰਦਗੀ ਬਤੀਤ ਕਰਨ ਵਾਲਾ ਮਨੁੱਖ ਹੈ, ਜੀਵਨ ਬਸਰ ਕਰਨ ਵਾਲਾ ਕੋਈ ਮਨੁੱਖ ਹੈ, ਉਹ ਸੰਸਾਰ ਦੇ ਅੰਦਰ ਰੰਗਾਂ ਰੰਗਾਂ ਨੂੰ ਦੇਖ ਕਰਕੇ ਉਹਦਾ ਮਨ ਜਿਹੜਾ ਪਰਚ ਜਾਂਦਾ ਹੈ, ਮਨ ਡਗਮਗਾ ਜਾਂਦਾ ਹੈ, ਮਨ ਡਾਵਾਂ ਡੋਲ ਹੋ ਜਾਂਦਾ ਹੈ। ਪਰ ਜਿਹੜਾ ਸੁਰਤੀ ਦੇ ਤਲ ਤੇ ਜਿਉਂਦਾ ਹੈ ਨਾ, ਜੋ ਆਪਣੀ ਸੁਰਤੀ ਬਿਰਤੀ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ ਹੈ, ਉਹ ਰੰਗਾਂ ਰੰਗਾਂ ਦੀ ਮਾਇਆ ਦੇ ਸੁੱਖਾਂ ਨੂੰ ਦੇਖ ਕਰਕੇ ਕਦੇ ਵੀ ਪਰਚਦਾ ਨਹੀਂ ਹੈ। ਜਿੰਨੇ ਮਰਜੀ ਮਾਇਆ ਦੇ ਵਿਕਾਰਾਂ ਦੀ ਝੱਖੜ ਝੁੱਲਦੇ ਰਹਿਣ, ਉਸ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਦਾ ਜੀਵਨ ਅਡੋਲ ਰਹਿੰਦਾ, ਹਿਰਦਾ ਕਦੇ ਵੀ ਡਾਵਾਂ ਡੋਲ ਨਹੀਂ ਹੁੰਦਾ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ ਕਿ ਆਪਣਾ ਜਿਹੜਾ ਸਤਿਪੁਰਸ਼ ਹੈ ਨਾ, ਆਪਣਾ ਸੁਭਾਅ ਨਹੀਂ ਕਦੇ ਵੀ ਛੱਡਦੇ, ਪਰ ਉਪਕਾਰ ਕਰਨ ਵਾਲਾ। ਲੋਕ ਭਾਵੇਂ ਬਹੁਤ ਸੰਸਾਰ ਦੇ ਤਰਕਾਂ ਕਰਦੇ ਹੈ, ਪਰ ਆਪਣਾ ਸੁਭਾਅ ਨਹੀਂ ਕਦੇ ਵੀ ਛੱਡਦੇ, ਜਿਹੜਾ ਪਰਉਪਕਾਰ ਕਰਨ ਦਾ ਪ੍ਰਮਾਤਮਾ ਨੇ ਸੁਭਾਅ ਬਖਸ਼ਿਆ ਹੈ। ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲਹਿ ਅਸੰਤ। ਮਲਿਆਗਰ ਭਯੰਗਮ ਬੇਢਿਓ, ਤਾਂ ਸੀਤਲਤਾ ਨਾ ਤਜੰਤ। ਮਹਾਰਾਜ ਕਹਿੰਦੇ ਚੰਦਨ ਦਾ ਜਿਵੇਂ ਸੁਭਾਅ ਹੈ ਨਾ, ਆਪਣਾ ਸੀਤਲਤਾ ਪੁਣਾ, ਆਪਣਾ ਠੰਡਕਪੁਣਾ ਕਦੇ ਛੱਡਦਾ ਨਹੀਂ, ਭਾਵੇਂ ਕਿੰਨੇ ਵੀ ਜ਼ਹਿਰੀਲੇ ਸੱਪ ਆ ਕਰਕੇ ਉਹਨਾਂ ਦੇ ਚੌਗਿਰਦੇ ਆ ਕੇ ਬੈਠ ਜਾਂਦੇ ਹੈ, ਪਰ ਉਹ ਆਪਣੀ ਸੀਤਲਤਾ ਵਾਲਾ ਸੁਭਾਅ ਨਹੀਂ ਕਦੇ ਵੀ ਛੱਡਦਾ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਿੰਨੇ ਮਰਜੀ ਵਿਸ਼ਿਆਂ ਵਿਕਾਰਾਂ ਦੇ ਜ਼ਹਿਰ ਦੇ ਨਾਲ, ਨਿੰਦਿਆ ਰੂਪ ਜ਼ਹਿਰ ਦੇ ਨਾਲ, ਝੂਠ ਬੋਲਣ ਰੂਪੀ ਈਰਖਾ ਰੂਪੀ ਜ਼ਹਿਰ ਦੇ ਨਾਲ ਭਰੇ ਹੋਏ ਸੰਸਾਰ ਦੇ ਲੋਕ ਆ ਜਾਣ, ਪਰ ਸਤਿਪੁਰਸ਼ਾਂ ਦਾ ਸੁਭਾਅ ਹੁੰਦਾ, ਫਿਰ ਵੀ ਉਹ ਸਾਧ ਸੰਗਤ ਜੀ ਸੀਤਲਤਾ ਹੀ, ਇਹ ਉਪਦੇਸ਼ ਹੀ ਮਹਾਰਾਜ ਕਹਿੰਦੇ ਭਲਾ ਉਪਦੇਸ਼ ਹੀ ਬਖਸ਼ਿਸ਼ ਕਰਦੇ ਰਹਿੰਦੇ ਹੈ। ਉਹ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਦੇ, ਐਸਾ ਸਤਿਪੁਰਸ਼ਾਂ ਦਾ ਸੁਭਾਅ ਹੁੰਦਾ। ਤੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਕਿ ਜਿਹੜਾ ਨਿੰਦਕ ਮਨੁੱਖ ਕਿਸੇ ਥਾਂ ਤੇ ਵੀ ਇਹਦੀ ਗਤੀ ਨਹੀਂ ਹੋ ਸਕਦੀ। ਇਹ ਸਤਿਪੁਰਸ਼ਾਂ ਦੀ ਮਹਿਮਾ ਹੈ,
ਕਿਉਂਕਿ ਸ਼ਬਦ ਦਾ ਸਮੁੱਚਾ ਭਾਵ ਹੀ ਇਹ ਹੈ ਕਿ ਜਿਹੜੀ ਜੇ ਸਤਿਪੁਰਸ਼ਾਂ ਦੀ ਮਹਿਮਾ ਨੂੰ ਸਮਗਰ ਰੂਪ ਦੇ ਵਿੱਚ ਕਥਨ ਕੀਤਾ ਹੀ ਨਹੀਂ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਝੂਠ ਬੋਲਦਾ ਮਨੁੱਖ ਹੈ ਨਾ ਬੜਾ ਵੱਡਾ ਉਹ ਵੀ ਗੁਨਹਗਾਰ ਹੁੰਦਾ। ਜਿਹੜਾ ਮਨੁੱਖ ਝੂਠ ਬੋਲਦਾ ਇਹ ਵੀ ਇੱਕ ਬੜਾ ਵੱਡਾ ਜ਼ਿੰਦਗੀ ਵਿੱਚ ਗੁਨਾਹ ਹੁੰਦਾ। ਤੇ ਸਤਿਪੁਰਸ਼ ਤਾਂ ਉਹ ਵੀ ਬਚਨ ਕਰਦੇ ਹੁੰਦੇ ਆ ਕਿ ਝੂਠ ਬੋਲਣ ਵਰਗਾ ਕੋਈ ਪਾਪ ਨਹੀਂ ਹੈ, ਸੱਚ ਬੋਲਣ ਵਰਗਾ ਕੋਈ ਪੁੰਨ ਨਹੀਂ ਸੰਸਾਰ ਦੇ ਅੰਦਰ। ਇਹ ਕਈ ਵਾਰ ਮਹਾਂਪੁਰਸ਼ਾਂ ਤੋਂ ਬਚਨ ਸਰਵਣ ਕਰਨ ਨੂੰ ਮਿਲਦੇ ਆ ਕਿ ਝੂਠ ਬੋਲਣ ਵਰਗਾ ਕੋਈ ਪਾਪ ਨਹੀਂ ਸੰਸਾਰ ਵਿੱਚ, ਤੇ ਸੱਚ ਬੋਲਣ ਵਰਗਾ ਕੋਈ ਪੁੰਨ ਕਰਮ ਨਹੀਂ ਹੋ ਸਕਦਾ। ਤੇ ਸਾਧ ਸੰਗਤ ਜੀ, ਜਿਹੜਾ ਮਨੁੱਖ ਝੂਠ ਬੋਲਦਾ ਹੈ ਉਹ ਵੀ ਕਿਤੇ ਨਾ ਕਿਤੇ ਬਖਸ਼ਿਆ ਜਾਂਦਾ ਹੈ। ਔਰ ਜਿਹੜਾ ਕੋਈ ਚੋਰੀਆਂ ਕਰਦਾ ਹੈ, ਚੋਰੀ ਕਰਨ ਵਾਲੇ ਮਨੁੱਖ ਨੂੰ ਵੀ ਸਜ਼ਾ ਮਿਲ ਜਾਂਦੀ ਹੈ। ਕਰਦਾ ਤੇ ਗੁਨਾਹ ਹੀ ਹੈ, ਉਹਨੂੰ ਵੀ ਸਜ਼ਾ ਮਿਲ ਜਾਂਦੀ, ਕਿਤੇ ਨਾ ਕਿਤੇ ਉਹਦਾ ਵੀ ਬਚਾਅ ਹੋ ਜਾਂਦਾ, ਬਖਸ਼ਿਆ ਜਾਂਦਾ। ਔਰ ਇਸੇ ਤਰ੍ਹਾਂ ਜਿਹੜਾ ਕੋਈ ਪਾਪ ਕਰਮ ਕਰਦਾ, ਦੁਰਾਚਾਰੀ ਹੈ, ਈਰਖਾ ਆਦਿ ਕਰਦਾ ਹੈ, ਹਜ਼ੂਰ ਕਹਿੰਦੇ ਉਹ ਵੀ ਕਿਤੇ ਨਾ ਕਿਤੇ ਬਖਸ਼ਿਆ ਜਾਂਦਾ। ਪਰ ਸਤਿਗੁਰੂ ਜੀ ਦੇ ਬਚਨ ਹਨ, ਨਿੰਦਕ ਕੀ ਗਤ ਕਤ ਹੋ ਨਾਹੀ। ਜਿਹੜਾ ਮਨੁੱਖ ਨਿੰਦਿਆ ਕਰਦਾ ਉਹਦੀ ਕਿਸੇ ਥਾਂ 'ਤੇ ਵੀ ਗਤੀ ਨਹੀਂ ਹੁੰਦੀ, ਉਹਦਾ ਉਧਾਰ ਨਹੀਂ ਹੁੰਦਾ। ਜੇ ਉਧਾਰ ਹੁੰਦਾ ਤੇ ਸਤਿਪੁਰਸ਼ਾਂ ਦੀ ਸ਼ਰਨ ਦੇ ਵਿੱਚ ਆ ਕੇ, ਸੰਗਤ ਵਿੱਚ ਆ ਕੇ ਹੁੰਦਾ ਹੈ। ਇਹ ਸ਼ਕਤੀ, ਇਹ ਤਾਕਤ, ਇਹ ਵਰਦਾਨ, ਇਹ ਬਲ ਵੀ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਆ ਕਿ ਜਿਸ ਮਨੁੱਖ ਦਾ ਕਿਸੇ ਵੀ ਥਾਂ 'ਤੇ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਭਲਾ ਨਹੀਂ ਨਾ ਹੋ ਸਕਦਾ, ਉਹ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਪਿਆਰ ਦੇ ਨਾਲ ਜੁੜੇ, ਮਹਾਰਾਜ ਕਹਿੰਦੇ ਉਹਦਾ ਭਲਾ ਹੋ ਜਾਵੇਗਾ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਬਾਰ ਬਾਰ ਮਨੁੱਖ ਨੂੰ ਫਿਰ ਜਨਮ ਧਾਰਨ ਕਰਨਾ ਪੈਂਦਾ ਜਿਹੜਾ ਨਿੰਦਿਆ ਕਰਦਾ ਹੈ। ਤੇ ਜੋ ਨਿੰਦਕ ਬੰਦਾ ਵੀ ਸ਼ਰਨ ਧਾਰਨ ਕਰ ਲੈਂਦਾ, ਮਹਾਰਾਜ ਕਹਿੰਦੇ ਹਨ ਕਿ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ, ਉਹਦੀ ਗਤੀ ਹੋ ਜਾਂਦੀ ਹੈ। ਇਹ ਸੁਖਮਨੀ ਸਾਹਿਬ ਦੀ ਸਾਰੀ ਅਸ਼ਟਪਦੀ ਨੂੰ ਪੜ੍ਹ ਕਰਕੇ ਪਿਆਰ ਦੇ ਨਾਲ ਵਿਚਾਰ ਕਰਕੇ ਦੇਖਣਾ। ਹਰ ਇੱਕ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਪੁਰਸ਼ਾਂ ਦੀ ਉਸਤਤ ਕਥਨ ਕੀਤੀ ਹੈ ਕਿ ਸੰਤ ਕੈ ਦੁਖਨ ਆਰਜਾ ਕਟੈ, ਸੰਤ ਕੈ ਦੁਖਨ ਜਮ ਤੇ ਨੇ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮਹਿ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹੱਦੇ ਕੋ ਰਖੈ ਨਾ ਕੋਏ, ਸੰਤ ਕੈ ਦੁਖਨ ਥਾਨ ਪ੍ਰਸਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਮਹਾਰਾਜ ਕਹਿੰਦੇ ਜੇ ਸਤਿਪੁਰਸ਼ਾਂ ਦੀ ਕਿਰਪਾਲਤਾ ਹੋ ਜਾਵੇ ਨਾ, ਫਿਰ ਨਿੰਦਕ ਬੰਦੇ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜਿਸ ਨਿੰਦਕ ਦੇ ਬਾਬਤ ਮਹਾਰਾਜ ਕਹਿੰਦੇ ਨਿੰਦਕ ਕੀ ਗਤ ਕਤ ਹੋ ਨਾਹੀ। ਕੋਈ ਵੀ ਦੁਨੀਆ ਦਾ ਸਾਧਨ ਸਾਧ ਕਰਕੇ ਦੇਖ ਲਵੇ, ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਤੇ ਚਲਾ ਜਾਵੇ, ਪਰ ਉਹ ਮੁਕਤ ਨਹੀਂ ਹੋ ਸਕਦਾ। ਹਾਂ, ਜੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜੁੜਦਾ ਹੈ, ਮਹਾਰਾਜ ਕਹਿੰਦੇ ਉਹਦਾ ਵੀ ਭਲਾ ਹੋ ਜਾਂਦਾ। ਇਹ ਸਤਿਪੁਰਸ਼ਾਂ ਦੀ ਉਸਤਤ ਹੈ, ਮਹਾਨ ਪਰਮ ਵਡਿਆਈ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਅੰਦਰ ਮਹਾਨ ਤੇ ਪਰਮ ਮਹਿਮਾ ਕਥਨ ਕੀਤੀ ਹੈ, ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਸਤਿਗੁਰੂ ਜੀ ਅੱਜ ਦੀ ਪਾਵਨ ਸ਼ਬਦ ਦੀ ਵਿਚਾਰ ਅੰਦਰ ਸਤਿਪੁਰਸ਼ਾਂ ਦੀ ਮਹਿਮਾ ਕਿ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ, ਸੰਤਾਂ ਮਹਾਂਪੁਰਸ਼ਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਗਰੀਬ ਨਵਾਜ ਸਤਿਗੁਰੂ ਜੀ ਪਾਵਨ ਸ਼ਬਦ ਅੰਦਰ ਦੱਸ ਰਹੇ ਹੈ। ਕਿਉਂਕਿ ਸਾਧ ਸੰਗਤ ਜੀ, ਸੰਤ ਅਖਵਾਉਣਾ ਤਾਂ ਸੌਖਾ ਹੈ, ਪਰ ਬਣਨਾ ਬੜਾ ਔਖਾ ਹੈ। ਆਪੋ ਵਿੱਚ ਭਾਵੇਂ ਜਿੰਨਾ ਮਰਜ਼ੀ ਕੋਈ ਆਪਣੇ ਨਾਮ ਦੇ ਨਾਲ ਸੰਤ ਲਗਵਾਈ ਜਾਵੇ ਕਿ ਮੈਂ ਸੰਤ ਹਾਂ, ਮਹਾਂਪੁਰਸ਼ ਹਾਂ, ਪਰ ਸਤਿਪੁਰਸ਼ਾਂ ਦੇ ਬਚਨ ਹਨ, ਕਹਿੰਦੇ ਜਿਸ ਦੇ ਸੀਸ ਤੇ ਮਿਹਰ ਭਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੱਥ ਰੱਖ ਦਿੰਦੇ ਆ ਨਾ, ਸਤਿਗੁਰੂ ਜੀ ਜਿਸ ਨੂੰ ਸੰਤ ਬਣਾਉਣ ਉਹ ਹੀ ਅਸਲ ਦੇ ਵਿੱਚ ਬਣ ਸਕਦਾ। ਆਪੋ ਵਿੱਚ ਗੱਲੀ ਬਾਤੀ ਨਹੀਂ ਪੂਰਨ ਸੰਤ ਬਣਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਸੰਤ ਦਾ ਜੀਵਨ ਦੱਸ ਰਹੇ ਹੈ, ਪਿਆਰ ਦੇ ਨਾਲ ਸਰਵਣ ਕਰੀਏ ਜੀ। ਆਠ ਪਹਿਰ ਨਿਕਟ ਕਰ ਜਾਣੈ। ਹਜ਼ੂਰ ਕਹਿੰਦੇ ਅੱਠੇ ਪਹਿਰ ਪਰਮਾਤਮਾ ਨੂੰ ਨਿਕਟ ਜਾਣਨਾ, ਨੇੜੇ ਜਾਣਨਾ। ਤੇ ਨੇੜੇ ਉਹ ਜਾਣੇਗਾ ਨਾ ਜੋ ਪਰਮਾਤਮਾ ਦੇ ਭੈ ਵਿੱਚ ਰਹਿੰਦਾ ਹੋਵੇਗਾ।
ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੋਵੇਗਾ। ਇਹ ਸੁਭਾਵਿਕ ਹੈ। ਜੋ ਮਨੁੱਖ ਪ੍ਰਤੱਖ ਵੀ ਜ਼ਿੰਦਗੀ ਵਿੱਚ ਦੇਖ ਲਈਏ, ਜਿਸ ਮਨੁੱਖ ਨੇ ਕੋਈ ਪਾਪ ਕਰਮ ਕਰਨਾ ਹੋਵੇ, ਚੋਰੀ ਕਰਨੀ ਹੋਵੇ, ਕਿਸੇ ਨਾਲ ਠੱਗੀ ਮਾਰਨੀ ਹੋਵੇ, ਬੁਰਾ ਕਰਮ ਕਰਨਾ ਹੋਵੇ, ਉਹ ਹਮੇਸ਼ਾ ਇਹ ਪਹਿਲਾਂ ਦੇਖੇਗਾ ਕਿ ਮੇਰੇ ਨੇੜੇ ਤਾਂ ਕੋਈ ਨਹੀਂ, ਮੈਨੂੰ ਕੋਈ ਦੇਖਦਾ ਤਾਂ ਨਹੀਂ, ਮੈਨੂੰ ਕੋਈ ਸੁਣਦਾ ਤਾਂ ਨਹੀਂ ਹੈ। ਉਹ ਦੁਰਾਚਾਰੀ ਪਾਪੀ ਮਨੁੱਖ ਦਾ ਸਾਧ ਸੰਗਤ ਜੀ ਇਹ ਵਿਚਾਰ ਹੋਵੇਗਾ। ਸਭ ਤੋਂ ਪਹਿਲਾਂ ਇਹ ਦੇਖੇਗਾ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ ਹੈ, ਮੇਰੇ ਸਾਹਮਣੇ ਤਾਂ ਕੋਈ ਨਹੀਂ ਹੈ। ਜੇ ਨਹੀਂ ਹੈ ਤਾਂ ਫਿਰ ਮੈਂ ਚੋਰੀ ਕਰਾਂ, ਤਾਂ ਮੈਂ ਝੂਠ ਬੋਲਾਂ, ਤਾਂ ਕਿਸੇ ਨਾਲ ਠੱਗੀ ਮਾਰਾਂ, ਬੁਰਾ ਕਰਮ ਕਰਾਂ। ਉਹ ਸਭ ਤੋਂ ਪਹਿਲਾਂ ਇਹ ਦੇਖਦਾ ਹੈ। ਤੇ ਮਹਾਰਾਜ ਕਹਿੰਦੇ ਉਹ ਦੁਨੀਆ ਦਾ ਕੰਮ ਬੁਰਾ ਕਰਮ ਕਰਨ ਵਾਸਤੇ ਵੀ ਉਹ ਦੇਖਦਾ ਕਿ ਮਨੁੱਖ ਕੋਈ ਦੇਖਦਾ ਨਹੀਂ ਹੈ। ਇਸ ਪ੍ਰਕਾਰ ਜੇ ਸਾਹਮਣੇ ਕੋਈ ਹੋਵੇ ਤੇ ਫਿਰ ਉਹ ਗੁਰੇਜ਼ ਕਰਦਾ ਪਾਪ ਕਰਮ ਕਰਨੇ ਤੋਂ, ਝੂਠ ਬੋਲਣ ਤੋਂ, ਕਿ ਮੇਰੀ ਨਿੰਦਾ ਹੋਵੇਗੀ ਸੰਸਾਰ ਦੇ ਅੰਦਰ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰੇ ਹਰ ਸਮੇਂ ਪ੍ਰਮਾਤਮਾ ਦੇ ਭੈ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਹਰ ਸਮੇਂ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਜਾਣਦੇ ਹੈ ਕਿ ਪ੍ਰਮਾਤਮਾ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਸਾਡੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਪ੍ਰਮਾਤਮਾ ਤੋਂ ਨੇੜੇ ਹੈ। ਮਹਾਰਾਜ ਅੱਗੋਂ ਦੇਖੈ ਪਿਛੋਂ ਦੇਖੈ ਤੁਝ ਤੇ ਕਹਾ ਛੁਪਾਵੈ। हे ਪ੍ਰਮਾਤਮਾ ਜੀ, ਆਪ ਜੀ ਤੋਂ ਪਹਿਲਾਂ ਕੌਣ ਛੁਪਾ ਕੇ ਰੱਖ ਸਕਦਾ ਹੈ। ਇਹ ਮਹਾਰਾਜ ਕਹਿੰਦੇ ਸਤਿਪੁਰਸ਼ਾਂ ਦਾ ਗੁਣ ਹੈ। ਇਹ ਸੁਭਾਅ ਹੁੰਦਾ ਆਠ ਪਹਿਰ ਨਿਕਟ ਕਰ ਜਾਣੈ। ਅੱਠੇ ਪਹਿਰ ਪ੍ਰਮਾਤਮਾ ਨੂੰ ਆਪਣੇ ਨੇੜੇ ਜਾਣਨਾ ਕਿ ਪ੍ਰਮਾਤਮਾ ਸਦਾ ਹੀ ਸਾਡੇ ਨੇੜੇ ਵਸਦਾ ਹੈ। ਔਰ ਹਜੂਰ ਦੇ ਵਚਨ ਵੀ ਆਉਂਦੇ ਆ ਨਾ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਇਹ ਵੀ ਸੰਤਾਂ ਮਹਾਂਪੁਰਸ਼ਾਂ ਨੇ ਪੁਕਾਰ ਕਰਕੇ ਕਿਹਾ ਸੰਸਾਰ ਦੇ ਲੋਗੋ, ਐਵੇਂ ਮਤਾ ਕਿਤੇ ਭੁਲੇਖੇ ਵਿੱਚ ਰਹਿਓ, ਪ੍ਰਮਾਤਮਾ ਸਭ ਘਾਟਾਂ ਘਾਟਾਂ ਹਿਰਦਿਆਂ ਦੇ ਵਿੱਚ ਵਸ ਰਿਹਾ। ਤੇ ਪ੍ਰਮਾਤਮਾ ਸਦਾ ਹੀ ਸਾਡੀ ਹਰ ਇੱਕ ਹਰਕਤ ਨੂੰ ਦੇਖ ਰਿਹਾ ਹੈ, ਹਰ ਇੱਕ ਹਰਕਤ ਨੂੰ ਸੁਣਦਾ ਪਿਆ। ਇਸ ਲਈ ਐਵੇਂ ਮਤਾਂ ਕਿਤੇ ਭੁਲੇਖੇ ਵਿੱਚ ਰਹਿ ਜਾਇਓ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ ਹੈ। ਅੱਠੇ ਪਹਿਰ ਪ੍ਰਮਾਤਮਾ ਨੂੰ ਆਪਣੇ ਨੇੜੇ ਜਾਣਦੇ ਹਨ। ਪ੍ਰਭ ਕਾ ਕੀਆ ਮੀਠਾ ਮਾਨੈ। ਫਿਰ ਜੀਵਨ ਵਿੱਚ ਦੁੱਖ ਮਿਲੇ ਸੁੱਖ ਮਿਲੇ, ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਪਿਆਰ ਕਰਨਾ ਪਰਮੇਸ਼ਰ ਦੇ ਭਾਣੇ ਵਿੱਚ ਰਹਿ ਕੇ। ਹਜੂਰ ਕਹਿੰਦੇ ਐਸਾ ਬੰਦਗੀ ਕਰਨ ਵਾਲਿਆਂ ਦਾ ਜੀਵਨ ਹੈ, ਪ੍ਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਣਾ। ਕਿਉਂਕਿ ਦੂਜਿਆਂ ਨੂੰ ਆਖਣਾ ਤੇ ਸਾਧ ਸੰਗਤ ਜੀ ਸੌਖਾ ਹੈ, ਪਰ ਆਪ ਜੀਵਨ ਦੇ ਵਿੱਚ ਸਤ ਕਰਕੇ ਬਾਣਾ ਮੰਨਣਾ ਇਹ ਬੜਾ ਕਠਿਨ ਹੈ, ਬਹੁਤ ਔਖਾ ਹੈ। ਸੋ ਇਸ ਲਈ ਮਹਾਰਾਜ ਕਹਿੰਦੇ ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਪ੍ਰਮਾਤਮਾ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਣਾ। ਜੋ ਜੀਵਨ ਦੇ ਵਿੱਚ ਮਿਲਿਆ ਹੈ, ਜੋ ਪਰਰਬ ਦੇ ਵਿੱਚ ਪ੍ਰਾਪਤ ਹੋ ਗਿਆ, ਆਖਣਾ ਕਿ ਪ੍ਰਮਾਤਮਾ ਆਪ ਜੀ ਦਾ ਭਾਣਾ ਹੈ। ਕਿਸੇ ਨੂੰ ਦੋਸ਼ ਨਾ ਦੇਣਾ, ਕਿਸੇ ਤੇ ਕਟਾਕਸ਼ ਨਾ ਕਰਨਾ। ਐਸਾ ਮਹਾਰਾਜ ਕਹਿੰਦੇ ਸਤਿਪੁਰਸ਼ਾਂ ਦਾ ਜੀਵਨ ਹੈ। ਜਿਵੇਂ ਹਜੂਰ ਨੇ ਉਚਾਰਨ ਕੀਤਾ ਨਾ, ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਐਸਾ ਸਤਿਪੁਰਸ਼ਾਂ ਦਾ ਜੀਵਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਦੇ ਹੈ। ਕਦੇ ਵੀ ਪ੍ਰਮਾਤਮਾ ਤੇ ਸ਼ਿਕਵਾ ਨਹੀਂ, ਕਦੇ ਕੋਈ ਗਿਲਾ ਨਹੀਂ, ਕਦੇ ਪ੍ਰਮਾਤਮਾ ਤੇ ਕੋਈ ਕਟਾਕਸ਼ ਨਹੀਂ ਕਰਦੇ ਕਿ ਪ੍ਰਮਾਤਮਾ ਐਵੇਂ ਨਹੀਂ ਸੀ ਚਾਹੀਦਾ, ਇਹ ਮਹਾਰਾਜ ਐਵੇਂ ਨਹੀਂ ਸੀ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ। ਪਰ ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਲੋਕ ਹੈ ਉਹ ਤਾਂ ਸ਼ਿਕਵੇ ਕਰਦੇ ਹੈ, ਗਿਲਾ ਕਰਦੇ ਰਹਿੰਦੇ ਨੇ ਪ੍ਰਮਾਤਮਾ ਤੇ, ਪਰ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਅਜਿਹਾ ਕਦਾਚਿਤ ਵੀ ਨਹੀਂ ਹੁੰਦਾ। ਪ੍ਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮਿੱਠਾ ਕਰਕੇ ਮੰਨਦੇ ਹਨ। ਏਕ ਨਾਮ ਸੰਤਨ ਆਧਾਰ। ਫਿਰ ਸੰਸਾਰ ਦੇ ਅੰਦਰ ਕਿਸੇ ਨੂੰ ਕਿਸੇ ਦਾ ਆਸਰਾ ਹੁੰਦਾ ਹੈ, ਕਿਸੇ ਨੂੰ ਕਿਸੇ ਦਾ ਆਸਰਾ ਹੁੰਦਾ ਹੈ, ਪਰ ਏਕ ਨਾਮ ਸੰਤਨ ਆਧਾਰ। ਸੰਤਾਂ ਮਹਾਂਪੁਰਸ਼ਾਂ ਨੂੰ ਕੇਵਲ ਵਾਹਿਗੁਰੂ ਦੇ ਨਾਮ ਦਾ ਆਸਰਾ ਹੁੰਦਾ ਹੈ, ਕੇਵਲ ਪ੍ਰਮਾਤਮਾ ਦੇ ਸਿਮਰਨ ਦਾ, ਵਾਹਿਗੁਰੂ ਦੇ ਨਾਮ ਦਾ ਹੀ ਮਨ ਬਾਣੀ ਸਰੀਰ ਕਰਕੇ ਆਸਰਾ ਲੈਂਦੇ ਹੈ।
ਕਦੇ ਵੀ ਸੰਸਾਰ ਦੇ ਲੋਕਾਂ ਦਾ ਆਸਰਾ ਨਹੀਂ ਧਾਰਨ ਕਰਦੇ, ਕਦੇ ਵੀ ਧਨ ਔਰ ਪਦਾਰਥਾਂ ਦਾ ਮਾਇਕੀ ਸੁੱਖਾਂ ਦਾ ਆਸਰਾ ਨਹੀਂ ਲੈਂਦੇ। ਕੇਵਲ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਰੱਖਦੇ ਹਨ। ਹੋਏ ਰਹੇ ਸਭ ਕੀ ਪਗਸ਼ਾਰ। ਫਿਰ ਇਹ ਨਹੀਂ ਹੈ ਕਿ ਨਾਮ ਦਾ ਆਸਰਾ ਲੈ ਕੇ ਤੇ ਮਨ ਵਿੱਚ ਹੰਕਾਰਿਕ ਬਣ ਜਾਣਾ। ਮਹਾਰਾਜ ਕਹਿੰਦੇ ਸਭ ਦੇ ਚਰਨ ਧੂੜ ਬਣ ਕਰਕੇ ਰਹਿੰਦੇ ਹਨ। ਐਸਾ ਮਹਾਂਪੁਰਸ਼ਾਂ ਦਾ ਜੀਵਨ ਹੋਏ ਰਹੇ ਸਭ ਕੀ ਪਗ ਛਾਰ। ਪਗ ਪੈਰ ਚਰਨਾਂ ਦੀ ਤੇ ਛਾਰ ਕਹਿੰਦੇ ਨੇ ਧੂੜੀ ਨੂੰ, ਛਾਰ ਸਵਾਹ ਨੂੰ, ਸਭ ਦੀ ਧੂੜ ਬਣ ਕਰਕੇ ਰਹਿੰਦੇ ਆ। ਇੰਨੀ ਜ਼ਿਆਦਾ ਹਿਰਦੇ ਦੀ ਗਰੀਬੀ, ਇੰਨੀ ਜ਼ਿਆਦਾ ਨਿਮਰਤਾ। ਮਹਾਰਾਜ ਕਹਿੰਦੇ ਉਸ ਨਿਮਰਤਾ ਕਰਕੇ ਹੀ ਸਤਿਪੁਰਸ਼ਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਉਹਨਾਂ ਦੀ ਬਰਾਬਰਤਾ ਨਹੀਂ ਕੀਤੀ ਜਾ ਸਕਦੀ। ਸਭ ਕੁਝ ਹੋਣ ਦੇ ਬਾਵਜੂਦ, ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਫਿਰ ਵੀ ਸਭ ਦੀ ਚਰਨ ਧੂੜ ਹੋ ਕਰਕੇ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਤਿਪੁਰਸ਼ਾਂ ਦਾ ਜੀਵਨ ਹੈ। ਹੋਏ ਰਹੇ ਸਭ ਕੀ ਪਗਸ਼ਾਰ। ਨਹੀਂ ਤੇ ਥੋੜੀ ਕੋ ਜਿੰਨੀ ਕੋ ਰਿੱਧੀ ਸਿੱਧੀ ਕਰਾਮਾਤ ਮਿਲ ਜਾਵੇ ਨਾ, ਤੇ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਭੜਥੂ ਪਾ ਦਿੰਦੇ ਆ। ਜਿਹੜੇ ਕੋਈ ਕਰਾਮਾਤਾਂ ਸਿੱਧ ਕਰਦੇ ਆ, ਕੋਈ ਟੂਣਾ ਟਾਮਣ, ਕੋਈ ਮੰਤਰ ਕੋਈ ਸਿੱਧ ਕਰ ਲੈਣ, ਤੇ ਸੰਸਾਰ ਦੇ ਅੰਦਰ ਕਿਸੇ ਨੂੰ ਕੋਈ ਗੱਲ ਨਹੀਂ ਕਰਦੇ, ਸਿੱਧੇ ਮੁਕਵਾਵਦੇ ਨਹੀਂ ਹੈ। ਉਹ ਤਾਂ ਬੜੀ ਦੂਰ ਦੀ ਗੱਲ ਹੈ। ਕੋਈ ਸੰਸਾਰ ਦਾ ਚੰਗਾ ਰੁਤਬਾ ਮਿਲ ਜਾਵੇ, ਕੋਈ ਬਹੁਤੇ ਧਨ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਤੇ ਕਿਸੇ ਨੂੰ ਸਿੱਧੇ ਮੁਕਵਾਵਦੇ ਨਹੀਂ ਹੈ। ਪਰ ਮਹਾਰਾਜ ਕਹਿੰਦੇ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਸਤਿਪੁਰਸ਼ ਸਭ ਦੇ ਚਰਨਾਂ ਦੀ ਧੂੜ ਹੋ ਕਰਕੇ ਰਹਿੰਦੇ ਹੈ। ਐਸਾ ਮਹਾਰਾਜ ਕਹਿੰਦੇ ਸਤਿਪੁਰਸ਼ਾਂ ਦਾ ਜੀਵਨ ਹੈ। ਸੰਤ ਰਹਿਤ ਸੁਨੋ ਮੇਰੇ ਭਾਈ। ਇਹ ਸੰਤ ਰਹਿਤ, ਸਤਿਪੁਰਸ਼ਾਂ ਤੋਂ ਬਿਨਾਂ ਇਸ ਸੰਸਾਰ ਦੇ ਲੋਗੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਨਾਂ ਦੀ ਮਹਿਮਾ ਸੁਣਨਾ ਕਰੋ। ਸੰਤ ਰਹਿਤ ਸੁਨੋ ਮੇਰੇ ਭਾਈ। ਹੇ ਮੇਰੇ ਭਾਈ ਜਨੋ, ਐ ਭਰਾਤਾ ਜਨੋ, ਪਰਮੇਸ਼ਰ ਦੇ ਪਿਆਰਿਆਂ ਦੀ ਮਹਿਮਾ ਸੁਣਨਾ ਕਰੋ। ਵਾਕੀ ਮਹਿਮਾ ਕਥਨ ਨਾ ਜਾਈ। ਉਹਨਾਂ ਬ੍ਰਹਮ ਵੇਤੇ ਸਤਿਪੁਰਸ਼ਾਂ ਦੀ, ਸੰਤਾਂ ਮਹਾਂਪੁਰਸ਼ਾਂ ਦੀ ਜਿਹੜੀ ਮਹਿਮਾ ਹੈ ਪੂਰਨ ਰੂਪ ਦੇ ਵਿੱਚ ਕਥਨ ਕੀਤੀ ਹੀ ਨਹੀਂ ਜਾ ਸਕਦੀ। ਸੰਤਨ ਕੀ ਮਹਿਮਾ ਕਥਨ ਕਵਨ ਬਖਾਨਾਓ, ਅਗਾਧ ਬੋਧ ਕਿਛ ਮਿਤ ਨਹੀਂ ਜਾਣਾ। ਐਸੀ ਅਗਮ ਅਗਾਧ ਬੋਧ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦੀ ਕਥਾ ਹੈ, ਜਿਸ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਕਿੰਨਾ ਕੁ ਕੋਈ ਕਥਨ ਕਰੀ ਜਾਵੇਗਾ, ਕਿੰਨਾ ਕੁ ਕੋਈ ਉਹਨਾਂ ਦੇ ਗੁਣ ਗਾਈ ਜਾਵੇਗਾ, ਕਿੰਨਾ ਕੁ ਕੋਈ ਉਹਨਾਂ ਦੇ ਉਪਕਾਰ ਚੇਤੇ ਕਰੀ ਜਾਵੇਗਾ। ਮਹਾਰਾਜ ਕਹਿੰਦੇ ਉਹ ਕਰਦਾ ਕਰਦਾ, ਉਪਕਾਰ ਚੇਤੇ ਕਰਦਾ ਕਰਦਾ, ਗੁਣ ਗਾਉਂਦਾ ਗਾਉਂਦਾ ਉਹ ਜੀਵਨ ਆਪਣਾ ਪੂਰਾ ਲਾ ਦੇਵੇਗਾ, ਫਿਰ ਵੀ ਪੂਰੀ ਤਰ੍ਹਾਂ ਸਮਗਰ ਰੂਪ ਦੇ ਵਿੱਚ ਉਹਨਾਂ ਦੇ ਉਪਕਾਰ ਚੇਤੇ ਨਹੀਂ ਕੀਤੇ ਜਾ ਸਕਦੇ, ਪੂਰੀ ਤਰ੍ਹਾਂ ਉਹਨਾਂ ਦੇ ਗੁਣ ਨਹੀਂ ਗਾਏ ਜਾ ਸਕਦੇ। ਕਿਉਂਕਿ ਜੇ ਪ੍ਰਮਾਤਮਾ ਬੇਅੰਤ ਹੈ, ਵਾਹਿਗੁਰੂ ਦੇ ਗੁਣ ਬੇਅੰਤ ਹਨ, ਤੇ ਉਸ ਵਾਹਿਗੁਰੂ ਦਾ ਰੂਪ ਹੋਏ ਪਰਮੇਸ਼ਰ ਦੇ ਪਿਆਰਿਆਂ ਦੇ ਗੁਣ ਵੀ ਬੇਅੰਤ ਹੀ ਹੋ ਜਾਂਦੇ ਹੈ। ਉਹਨਾਂ ਦੇ ਗੁਣਾਂ ਨੂੰ ਵੀ ਕੋਈ ਕਥਨ ਨਹੀਂ ਕਰ ਸਕਦਾ। ਐਸੀ ਸਮਗਰ ਮਹਿਮਾ ਜਿਹੜੀ ਹੈ ਉਹਨਾਂ ਦੀ ਕਥਨ ਕੀਤੀ ਹੀ ਨਹੀਂ ਜਾ ਸਕਦੀ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹ ਆ ਕੀ ਮਹਿਮਾ ਕਥਨ ਨਾ ਜਾਈ। ਇਸ ਸੰਸਾਰ ਦੇ ਲੋਗੋ ਇਹ ਮਤਾ ਮਨ ਵਿੱਚ ਭੁਲੇਖਾ ਰੱਖਣਾ ਕਿ ਪਰਮੇਸ਼ਰ ਦੇ ਪਿਆਰਿਆਂ ਦੀ ਮਹਿਮਾ ਨੂੰ ਕਥਨ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਸਮਗਰ ਰੂਪ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦੀ ਮਹਿਮਾ ਕੋਈ ਕਥਨ ਕਰ ਹੀ ਨਹੀਂ ਸਕਦਾ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਵਰਤਣ ਜਾਪੈ ਕੇਵਲ ਨਾਮ। ਜੀਵਨ ਦੇ ਅੰਦਰ ਜੋ ਵਰਤਾਰਾ, ਜੋ ਵਰਤਣਾ ਹੈ, ਉਹ ਵੀ ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ। ਪਰਮਾਤਮਾ ਦਾ ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਹੈ। ਪਰਮੇਸ਼ਰ ਦਾ ਨਾਮ ਹੀ ਉਹਨਾਂ ਦੇ ਵਾਸਤੇ ਜੀਵਨ ਯੁਕਤ ਹੈ। ਪਰਮਾਤਮਾ ਦਾ ਨਾਮ ਹੀ ਉਹਨਾਂ ਦੇ ਵਾਸਤੇ ਸ਼ਾਹੀ ਖਜ਼ਾਨਾ ਹੈ, ਧਨ ਹੈ, ਪਦਾਰਥ ਹੈ, 36 ਪ੍ਰਕਾਰ ਦਾ ਭੋਜਨ ਹੈ। ਮਹਾਰਾਜ ਜੀ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਆ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਾਈ। ਕਿ ਵਾਹਿਗੁਰੂ ਦੇ ਪਿਆਰਿਆਂ ਦਾ ਨਾਮ ਹੀ ਉਹਨਾਂ ਦੇ ਵਾਸਤੇ 36 ਪ੍ਰਕਾਰ ਦਾ ਭੋਜਨ ਹੈ। ਪਰਮੇਸ਼ਰ ਦਾ ਨਾਮ ਜਪ ਕੇ ਹੀ ਉਹ 36 ਪ੍ਰਕਾਰ ਦੇ ਪਦਾਰਥਾਂ ਦਾ ਸਵਾਦ ਉਹ ਰਸ ਪ੍ਰਾਪਤ ਕਰ ਲੈਂਦੇ ਹੈ।
ਕਿਉਂਕਿ ਦੁਨੀਆ ਦੇ ਜਿੰਨੇ ਵੀ ਮਾਇਕ ਦੇ ਪਦਾਰਥ ਹਨ, ਮਾਇਕੀ ਸੁੱਖ ਹਨ, ਮਾਇਕੀ ਰਸ ਕਸ ਪਦਾਰਥ ਹਨ, ਉਹਨਾਂ ਦੇ ਰਸ ਜਿਹੜੇ ਹੈ ਨਾ ਵਾਹਿਗੁਰੂ ਦੇ ਨਾਮ ਦੇ ਅੱਗੇ ਸਾਰੇ ਫਿੱਕੇ ਪੈ ਜਾਂਦੇ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਵਰਤਨ ਜਾ ਕੇ ਕੇਵਲ ਨਾਮ। ਕੋਈ ਧਨ ਨੂੰ ਵਰਤੋਂ ਵਿੱਚ ਲਿਆਉਂਦਾ, ਕੋਈ ਪਦਾਰਥਾਂ ਨੂੰ ਵਰਤੋਂ ਵਿੱਚ ਲਿਆਉਂਦਾ, ਕੋਈ ਸਖੇ ਸੰਬੰਧੀਆਂ ਦੇ ਨਾਲ ਮੇਲ ਵਰਤਨ ਰੱਖਦਾ, ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਦਾ ਵਰਤਨ ਪਰਮੇਸ਼ਰ ਦੇ ਨਾਮ ਨਾਲ ਹੈ। ਆਨੰਦ ਰੂਪ ਕੀਰਤਨ ਵਿਸਰਾਵਾ। ਆਨੰਦ ਰੂਪ ਪਰਮੇਸ਼ਰ ਦਾ ਜਸ ਕਰ ਕਰਕੇ ਵਿਸਰਾਮ ਟਿਕਾਓ ਦੇ ਵਿੱਚ ਰਹਿੰਦੇ ਹਨ। ਹਿਰਦੇ ਕਰਕੇ ਉਹਨਾਂ ਦੀ ਅਡੋਲਤਾ ਬਣੀ ਰਹਿੰਦੀ ਹੈ। ਹਿਰਦਾ ਉਹਨਾਂ ਦਾ ਟਿਕਿਆ ਰਹਿੰਦਾ ਹੈ, ਕਦੇ ਵੀ ਸੰਸਾਰ ਦੀ ਚਲੋ ਖੜੀ ਵਿੱਚ ਭਟਕਣਾ ਵਿੱਚ ਨਹੀਂ ਪੈਂਦਾ, ਕਿਉਂਕਿ ਆਨੰਦ ਰੂਪ ਪਰਮੇਸ਼ਰ ਦਾ ਜਸ ਕਰਦੇ ਰਹਿੰਦੇ ਹਨ। ਹਿਰਦੇ ਅੰਦਰ ਵੀ ਪਰਮਾਤਮਾ ਦੀ ਯਾਦ, ਰਸਨਾ ਤੋਂ ਜੋ ਵੀ ਬਚਨ ਬੋਲਣਾ ਉਹਦੇ ਵਿੱਚ ਪਰਮਾਤਮਾ ਦੀ ਮਹਿਮਾ ਹੁੰਦੀ ਹੈ। ਜੋ ਵੀ ਕੋਈ ਬਚਨ ਬਿਲਾਸ ਕਰਨਾ, ਕੋਈ ਚਰਚਾ, ਕੋਈ ਵਿਚਾਰ ਕਰਨੀ, ਉਹਦੇ ਵਿੱਚ ਮਹਾਰਾਜ ਕਹਿੰਦੇ ਪਰਮਾਤਮਾ ਦੀ ਉਸਤਤ ਹੁੰਦੀ ਹੈ। ਆਪਾਂ ਕਦਾ ਚਿਤ ਵੀ ਸਤਿਪੁਰਸ਼ ਜਿਤਾਉਂਦੇ ਨਹੀਂ ਹੈ। ਐਸਾ ਕਦੇ ਵੀ ਆਪਣੀ ਰਸਨਾ ਤੋਂ ਬੋਲ ਨਹੀਂ ਬੋਲਦੇ ਜਿਹਦੇ ਵਿੱਚ ਹੰਕਾਰ ਹੋਵੇ, ਜਿਸ ਵਿੱਚ ਸਾਧ ਸੰਗਤ ਜੀ ਆਪਣਤ ਜਣਾਈ ਜਾ ਰਹੀ ਹੋਵੇ। ਮਹਾਰਾਜ ਕਹਿੰਦੇ ਹਰ ਸਮੇਂ ਪਰਮਾਤਮਾ ਦੇ ਉਸਤਤ ਦੇ ਪਰਮ ਬੋਲ ਹਰ ਸਮੇਂ ਬੋਲਦੇ ਰਹਿੰਦੇ ਹੈ। ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਆਨੰਦ ਰੂਪ ਕੀਰਤਨ ਵਿਸਰਾਮ। हे ਸੰਸਾਰ ਦੇ ਲੋਗੋ, ਵਾਹਿਗੁਰੂ ਦਾ ਜਿਹੜਾ ਜਸ ਹੈ ਨਾ, ਜੋ ਆਨੰਦ ਰੂਪ ਹੈ, ਹਰ ਸਮੇਂ ਪਰਮਾਤਮਾ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਂਦੇ ਹਨ। ਫਿਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੇ ਸਾਹਮਣੇ ਕੋਈ ਮਿੱਤਰ ਆ ਜਾਂਦਾ ਹੈ, ਦੁਸ਼ਮਣ ਆ ਜਾਂਦਾ ਹੈ, ਜਿੱਦਾਂ ਦੀ ਮਨ ਵਿੱਚ ਭਾਵਨਾ ਲੈ ਕੇ ਆ ਜਾਂਦਾ ਹੈ, ਉਹ ਸਮ ਦ੍ਰਿਸ਼ਟੀ ਦੇ ਨਾਲ ਸੰਸਾਰ ਦੇ ਸਭ ਲੋਕਾਂ ਨੂੰ ਦੇਖਦੇ ਹਨ। ਕੋਈ ਦੁਸ਼ਮਣ ਹੈ ਚਾਹੇ ਮਿੱਤਰ ਹੈ, ਸਭ ਨੂੰ ਇੱਕੋ ਜਿਹੀ ਨਿਗਾਹ ਦੇ ਨਾਲ ਦੇਖਣਾ। ਕੋਈ ਵੈਰ ਭਾਵਨਾ ਰੱਖਦਾ, ਚਾਹੇ ਕੋਈ ਮਿੱਤਰ ਭਾਵਨਾ ਰੱਖਦਾ, ਪਰ ਸਮਾਨ ਬਿਰਤੀ ਰੱਖ ਕੇ ਮਹਾਰਾਜ ਕਹਿੰਦੇ ਸਭ ਦਾ ਭਲਾ ਹੀ ਕਰਦੇ ਰਹਿੰਦੇ ਹਨ। ਮਿੱਤਰ ਸੱਤਰ, ਭਾਵੇਂ ਕੋਈ ਸ਼ਤਰੂ ਹੈ ਚਾਹੇ ਕੋਈ ਮਿੱਤਰਤਾ ਭਾਵਨਾ ਵਾਲਾ ਹੈ, ਸਭ ਦੇ ਨਾਲ ਸਮਾਨ ਮਿਲਣ ਵਰਤਨ ਕਰਦੇ ਹੈ। ਜੇ ਕੋਈ ਈਰਖਾ ਕਰਦਾ ਉਹਦੇ ਤੇ ਗਿਲਾ ਨਹੀਂ, ਨਿੰਦਿਆ ਕਰਦਾ ਉਹਦੇ ਤੇ ਕੋਈ ਗਿਲਾ ਨਹੀਂ, ਉਸਤਤ ਕਰਦਾ ਤੇ ਮਹਾਰਾਜ ਕਹਿੰਦੇ ਉਹਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਖੁਸ਼ੀ ਨਹੀਂ ਹੋਣਾ ਕਰਦੀ। ਐਸਾ ਸਤਿਪੁਰਸ਼ਾਂ ਦਾ ਜੀਵਨ ਹੈ। ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ, ਕਹਿੰਦੇ ਇੱਕ ਪਾਸੇ ਕੋਈ ਪਰਮੇਸ਼ਰ ਦਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਦਾ ਬੰਦਗੀ ਕਰਨ ਵਾਸਤੇ ਬੈਠਾ ਅਡੋਲ ਚੌਂਕੜਾ ਲਗਾ ਕਰਕੇ, ਤੇ ਇੱਕ ਮਨ ਵਿੱਚ ਭਾਵਨਾ, ਸ਼ਰਧਾ ਭਾਵਨਾ ਰੱਖ ਕਰਕੇ ਆਇਆ। ਉਹ ਕਿੰਨੇ 36 ਪ੍ਰਕਾਰ ਦੇ ਭੋਜਨ ਪਰੋਸ ਕਰਕੇ ਲੈ ਕੇ ਆਇਆ ਕਿ ਮੈਂ ਪਿਆਰ ਦੇ ਨਾਲ ਇਹਨਾਂ ਦੀ ਸੇਵਾ ਕਰਾਂ, ਆਪਣੇ ਹੱਥੀਂ ਲੰਗਰ ਪਕਵਾਨ ਤਿਆਰ ਕੀਤਾ ਹੋਇਆ ਛਕਾ ਕਰਕੇ ਮੈਂ ਇਹਨਾਂ ਤੋਂ ਕੋਈ ਲਾਭ ਪ੍ਰਾਪਤ ਕਰ ਲਵਾਂ। ਤੇ ਦੂਜੇ ਪਾਸੇ ਸਾਧ ਸੰਗਤ ਜੀ ਈਰਖਾ ਭਾਵਨਾ ਵਾਲਾ ਕੋਈ ਮਨੁੱਖ, ਉਹ ਹੱਥ ਵਿੱਚ ਸ਼ਸਤਰ ਲੈ ਕੇ ਖਲੋਤਾ ਹੈ ਕਿ ਇਸ ਪਖੰਡੀ ਦਾ ਮੈਂ ਹੁਣੇ ਸਿਰ ਕੱਟ ਦੇਵਾਂਗਾ। ਲੋਕਾਂ ਨੂੰ ਆਪਣੀ ਪੂਜਾ ਕਰਵਾਉਂਦਾ ਪਿਆ ਹੈ। 36 ਪ੍ਰਕਾਰ ਦਾ ਭੋਜਨ ਤਿਆਰ ਕਰਕੇ ਲੈ ਕੇ ਆਇਆ, ਉਹਦੇ ਉੱਪਰ ਕੋਈ ਪ੍ਰਸੰਨਤਾ ਨਹੀਂ, ਕੋਈ ਖੁਸ਼ੀ ਨਹੀਂ। ਤੇ ਜਿਹੜਾ ਸ਼ਸਤਰ ਲੈ ਕੇ ਖੜਾ ਕਿ ਇਹਦੀ ਹੁਣੇ ਮੈਂ ਤੌਣ ਕੱਟ ਦੇਣੀ ਹੈ, ਇਹਨੂੰ ਮਾਰ ਦੇਣਾ ਹੈ, ਉਹਦੇ ਉੱਪਰ ਕਿਸੇ ਪ੍ਰਕਾਰ ਕੋਈ ਗਿਲਾ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮਿੱਤਰ ਸੱਤਰ ਜਾ ਕੇ ਏਕ ਸਮਾਨਾ। ਇੱਕੋ ਜਿਹਾ ਸੁਭਾਅ ਸਮ ਦ੍ਰਿਸ਼ਟੀ ਦੇ ਨਾਲ ਸਭ ਨੂੰ ਦੇਖਦੇ ਹਨ, ਕਿਉਂਕਿ ਮਹਾਂਪੁਰਸ਼ਾਂ ਦਾ ਸੁਭਾਅ ਹੀ ਪਰਉਪਕਾਰ ਕਰਨ ਵਾਸਤੇ ਹੁੰਦਾ ਹੈ। ਜਿਵੇਂ ਨਦੀ ਦੇ ਕਿਨਾਰੇ 'ਤੇ ਮਹਾਂਪੁਰਸ਼ ਤੁਰੇ ਜਾ ਰਹੇ ਸਨ, ਉਹਨਾਂ ਦੇ ਨਾਲ ਚੇਲੇ ਦਾਸ ਤੁਰੇ ਜਾ ਰਹੇ ਸੀ। ਦੇਖਿਆ ਕਿ ਇੱਕ ਬਿੱਛੂ ਜਿਹੜਾ ਠੂੰਹਾ ਹੁੰਦਾ, ਉਹ ਨਦੀ ਦੇ ਪਾਣੀ ਦੇ ਵੇਗ ਵਿੱਚ ਡੁੱਬਦਾ ਰੁੜਦਾ ਹੋਇਆ ਜਾ ਰਿਹਾ ਸੀ। ਬਾਹਰ ਨਿਕਲਣ ਦਾ ਯਤਨ ਕਰਦਾ ਪਰ ਨਿਕਲਿਆ ਨਹੀਂ ਸੀ ਜਾ ਰਿਹਾ। ਉਸ ਬਿੱਛੂ ਨੂੰ ਦੇਖ ਕਰਕੇ ਮਨ ਵਿੱਚ ਦਇਆ ਆਈ ਕਿ ਡੁੱਬ ਜਾਵੇਗਾ, ਮਰ ਜਾਵੇਗਾ, ਯਤਨ ਕਰ ਰਿਹਾ ਤੇ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ, ਇਸ ਕਰਕੇ ਇਹਨੂੰ ਬਾਹਰ ਕੱਢ ਦੇਣਾ ਚਾਹੀਦਾ। ਕਾਹਲੀ ਦੇ ਨਾਲ ਹੱਥ ਅੱਗੇ ਕੀਤਾ ਤੇ ਸਾਧ ਸੰਗਤ ਜੀ ਜਦੋਂ ਬਾਹਰ ਕੱਢ ਕੇ ਸੁੱਟਣ ਲੱਗੇ ਨਾ, ਉਸ ਬਿੱਛੂ ਨੂੰ ਪਾਣੀ ਦੇ ਵਿੱਚੋਂ ਡੁੱਬਦੇ ਹੋਏ ਨੂੰ ਬਚਾਉਣ ਲੱਗੇ, ਉਹਨੇ ਆਪਣੇ ਸੁਭਾਅ ਦੇ ਅਨੁਸਾਰ ਹੱਥ ਦੇ ਉੱਪਰ ਡੰਗ ਮਾਰ ਦਿੱਤਾ।
ਡੰਗ ਮਾਰਿਆ ਤੇ ਉਸੇ ਵੇਲੇ ਹੱਥੋਂ ਛੁੱਟ ਗਿਆ ਤੇ ਦੁਬਾਰਾ ਫੇਰ ਯਤਨ ਕੀਤਾ ਉਹਨੂੰ ਕੱਢਣ ਦੇ ਵਾਸਤੇ, ਦੁਬਾਰਾ ਫੇਰ ਉਹਨੇ ਡੰਗ ਮਾਰ ਦਿੱਤਾ। ਫੇਰ ਤਰਸ ਆਇਆ ਕਿ ਨਹੀਂ ਇਹ ਡੁੱਬ ਜਾਵੇਗਾ। ਮਨ ਵਿੱਚ ਵਿਚਾਰ ਕਰਕੇ ਕਿ ਜੇ ਇਹ ਆਪਣਾ ਸੁਭਾਅ ਨਹੀਂ ਛੱਡਦਾ ਪਿਆ ਤੇ ਅਸੀਂ ਆਪਣਾ ਕਿਉਂ ਸੁਭਾਅ ਛੱਡੀਏ। ਸਾਧ ਸੰਗਤ ਜੀ, ਤੀਜੀ ਵਾਰ ਫੇਰ ਜਦੋਂ ਉਹਨੂੰ ਕੱਢਣ ਵਾਸਤੇ ਹੱਥ ਪਾਇਆ, ਫੇਰ ਉਹਨੇ ਡੰਗ ਮਾਰ ਦਿੱਤਾ ਤੇ ਨਾਲ ਦੇ ਜਿਹੜੇ ਕੋਈ ਦਾਸ ਸਨ ਉਹ ਕਹਿਣ ਲੱਗੇ, ਮਹਾਂਪੁਰਸ਼ੋ ਛੱਡੋ ਖਹਿੜਾ, ਤੁਸੀਂ ਉਹਦਾ ਭਲਾ ਕਰਨ ਦੇ ਸੋਚ ਰਹੇ ਹੋ, ਉਹ ਤੁਹਾਨੂੰ ਡੰਗ ਮਾਰੀ ਜਾ ਰਹੇ, ਰਹਿਣ ਦਿਓ, ਡੁੱਬਣ ਦਿਓ, ਮਰਨ ਦਿਓ ਇਹਨੂੰ ਪਾਣੀ ਦੇ ਵਿੱਚ ਹੀ। ਕਹਿੰਦੇ ਵਾਹ ਜੀ ਵਾਹ, ਬਹੁਤ ਸੋਹਣੀ ਸਾਨੂੰ ਸਲਾਹ ਦਿੰਦੇ ਪਏ ਹੋ, ਬਹੁਤ ਸੋਹਣੀ ਸਾਨੂੰ ਵਿਚਾਰ ਦਿੰਦੇ ਪਏ ਹੋ। ਨਿਰਬੁੱਧ ਜੀਵ ਹੋਣੇ ਕਰਕੇ ਜੇ ਆਪਣਾ ਸੁਭਾਅ ਨਹੀਂ ਛੱਡਦਾ ਤੇ ਪ੍ਰਮਾਤਮਾ ਨੇ ਸਾਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ੀ, ਅਸੀਂ ਆਪਣਾ ਪਰਉਪਕਾਰ ਕਰਨ ਵਾਲਾ ਸੁਭਾਅ ਕਿਉਂ ਛੱਡੀਏ। ਸਾਧ ਸੰਗਤ ਜੀ, ਇਉਂ ਬਚਨ ਕਰਕੇ ਕਾਹਲੀ ਦੇ ਨਾਲ ਹੱਥ ਫੈਲਾ ਕੇ ਜੋ ਇੱਕੋ ਦਮ ਛੱਟੇ ਦੇ ਨਾਲ ਜਿਵੇਂ ਪਾਣੀ ਝੱਟੀ ਦਾ ਇੱਦਾਂ ਬਾਹਰ ਕੱਢ ਕੇ ਬਿੱਛੂ ਨੂੰ ਸੁੱਟ ਦਿੱਤਾ, ਉਹਦਾ ਬਚਾਅ ਕਰ ਦਿੱਤਾ। ਮਹਾਰਾਜ ਸਤਿਗੁਰੂ ਜੀ ਕਹਿੰਦੇ ਪਰਉਪਕਾਰ ਵਾਲਾ ਜਿਹੜਾ ਸੁਭਾਅ ਹੈ ਨਾ, ਕਦੇ ਵੀ ਛੱਡਦੇ ਨਹੀਂ ਹੈ। ਉਹ ਬਿੱਛੂ ਨੇ ਭਾਵੇਂ ਜਿਹੜੀ ਸਾਧ ਸੰਗਤ ਜੀ ਵੈਰ ਭਾਵਨਾ ਕਰਕੇ ਆਪਣੇ ਸੁਭਾਅ ਕਰਕੇ ਡੰਗ ਮਾਰਿਆ, ਪਰ ਪਰਉਪਕਾਰ ਸੁਭਾਅ ਹੋਣੇ ਕਰਕੇ ਫਿਰ ਵੀ ਆਪਣਾ ਜਿਹੜਾ ਸੁਭਾਅ ਨਹੀਂ ਛੱਡਿਆ, ਮਹਾਰਾਜ ਕਹਿੰਦੇ ਉਹਦਾ ਭਲਾ ਕਰ ਹੀ ਦਿੱਤਾ ਹੈ। ਇਸ ਲਈ ਮਿੱਤਰ ਸੱਤਰ ਜਾ ਕੇ ਏਕ ਸਮਾਨ ਹੈ, ਕੋਈ ਭਾਵੇਂ ਦੁਸ਼ਮਣ ਹੈ ਚਾਹੇ ਮਿੱਤਰ ਹੈ, ਸਮਾਨ ਬਿਰਤੀ ਰੱਖ ਕੇ ਉਹਨਾਂ ਨੂੰ ਇੱਕੋ ਨਿਗਾਹ ਦੇ ਨਾਲ ਦੇਖਣਾ, ਇਹ ਸਤਿਪੁਰਸ਼ਾਂ ਦਾ ਜੀਵਨ ਹੈ। ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਇੱਕ ਆਪਣੇ ਪ੍ਰਭੂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਦੂਜੇ ਨੂੰ ਨਾ ਜਾਣਨਾ ਕਿ ਸਭ ਕੁਝ ਪ੍ਰਮਾਤਮਾ ਆਪ ਹੀ ਕਰਨ ਕਰਾਉਣ ਵਾਲਾ ਹੈ। ਜੀਵਾਂ ਦਾ ਕਰਤਾ ਵੀ ਆਪ ਹੈ, ਭਰਤਾ ਵੀ ਆਪ ਹੈ, ਹਰਤਾ ਵੀ ਪ੍ਰਮਾਤਮਾ ਆਪ ਹੈ। ਜੀਵਾਂ ਨੂੰ ਪੈਦਾ ਵੀ ਆਪ ਕਰਨ ਵਾਲਾ ਹੈ, ਪਰਵਰਿਸ਼ ਵੀ ਆਪ ਕਰਨ ਵਾਲਾ ਹੈ, ਜੀਵਾਂ ਦੀ ਲਹਿਤਾ ਕਰਨ ਵਾਲਾ ਵੀ ਪ੍ਰਮਾਤਮਾ ਆਪ ਹੈ। ਐਸਾ ਸੁਭਾਅ ਹੁੰਦਾ ਹੈ। ਮਹਾਰਾਜ ਕਹਿੰਦੇ ਆਦਿ ਕਾਲ ਤੋਂ ਲੈ ਕਰਕੇ ਸਾਰੀ ਸ੍ਰਿਸ਼ਟੀ ਦਾ ਮੂਲ ਰੂਪ ਪ੍ਰਮਾਤਮਾ ਨੂੰ ਜਾਣਨਾ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਇੱਕ ਵਾਹਿਗੁਰੂ ਤੋਂ ਬਿਨਾ ਹੋਰ ਦੂਜਾ ਕਿਸੇ ਨੂੰ ਜਾਣਦੇ ਨਹੀਂ ਹੈ। ਕੋਟ ਕੋਟ ਅਗ ਕਾਟਨ ਹਾਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਤਿਪੁਰਸ਼ਾਂ ਦੀ ਜਿਹੜੀ ਸੰਗਤ ਹੈ ਨਾ, ਬੜੀ ਪਰਮ ਮਹਾਨ ਇਹਦੀ ਵਡਿਆਈ ਹੈ। ਪਿਆਰ ਦੇ ਨਾਲ ਸਤਿਪੁਰਸ਼ਾਂ ਦੀ ਸੰਗਤ ਕਰੇ, ਕਰੋੜਾਂ ਕਰੋੜਾਂ ਪਾਪ ਅਗ ਜਿਹੜੇ ਬੱਜਰ ਪਾਪ ਕੀਤੇ ਹੋਏ ਜੀਵ ਦੇ ਕੱਟੇ ਜਾਂਦੇ ਹਨ। ਸਾਧ ਸੰਗਤ ਜੀ, ਮਹਾਰਾਜ ਜੀ ਦੇ ਗੁਰਬਾਣੀ ਵਿੱਚ ਐਸੇ ਮਨੁੱਖਾਂ ਦਾ ਜੀਵਨ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਜਿਨ੍ਹਾਂ ਤੋਂ ਜੀਵਨ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਨ੍ਹਾਂ ਨੇ ਸੰਸਾਰ ਦੇ ਅੰਦਰ ਪਾਪ ਕਰਮ ਕੀਤੇ ਹੈ, ਕਿਉਂਕਿ ਇੱਕ ਮਨੁੱਖ ਜਿਹੜਾ ਬੇਸਮਝ ਪਾਪ ਕਰਮ ਕਰੇ ਨਾ, ਉਹਨੂੰ ਸਜ਼ਾ ਘੱਟ ਮਿਲਦੀ ਹੈ। ਕਿ ਇਹਨੂੰ ਪਤਾ ਨਹੀਂ ਸੀ, ਇਹ ਬੇਸਮਝ ਸੀਗਾ, ਅਣਜਾਣਪੁਣੇ ਵਿੱਚ ਇਹਦੇ ਕੋਲ ਗਲਤੀ ਹੋ ਗਈ ਹੈ, ਇੰਨਾ ਇਹਦੇ ਬਾਬਤ ਪਤਾ ਨਹੀਂ ਸੀ। ਹਾਂ, ਲੋਕਾਂ ਤੋਂ ਥੋੜ੍ਹਾ ਬਹੁਤਾ ਸੁਣਦਾ ਸੀਗਾ, ਪਰ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਇਹਨੂੰ ਪਤਾ ਨਹੀਂ ਸੀ, ਉਹਨੂੰ ਸਜ਼ਾ ਘੱਟ ਮਿਲਦੀ ਹੈ। ਪਰ ਜਿਸ ਮਨੁੱਖ ਨੂੰ ਪਤਾ ਵੀ ਹੈ ਕਿ ਜੇ ਮੈਂ ਬੁਰਾ ਕਰਮ ਕਰਾਂਗਾ, ਪਾਪ ਕਰਮ ਕਰਾਂਗਾ, ਇਹਦਾ ਫਲ ਬਹੁਤ ਮਾੜਾ ਭੋਗਣਾ ਪਵੇਗਾ, ਮਹਾਰਾਜ ਕਹਿੰਦੇ ਉਹਨੂੰ ਜਿਹੜੀ ਸਜ਼ਾ ਹੈ ਨਾ, ਬਹੁਤ ਜ਼ਿਆਦਾ ਪ੍ਰਾਪਤ ਹੁੰਦੀ ਹੈ। ਇਹ ਸੰਸਾਰ ਦੀ ਰੀਤੀ ਵੀ ਇਸੇ ਤਰ੍ਹਾਂ ਹੀ ਹੈ। ਕੁਝ ਰਹਿਤ ਹੋ ਜਾਂਦੀ ਜਿਸ ਬੰਦੇ ਨੂੰ ਪਤਾ ਨਾ ਹੋਵੇ, ਮਿਲਦੀ ਤਾਂ ਭਾਵੇਂ ਜ਼ਰੂਰ ਹੈ ਸਜ਼ਾ, ਪਰ ਸਾਧ ਸੰਗਤ ਜੀ ਘੱਟ ਮਿਲਦੀ ਹੈ। ਪਰ ਜਿਸ ਮਨੁੱਖ ਨੂੰ ਪਤਾ ਹੋਣ ਦੇ ਬਾਵਜੂਦ ਵੀ ਪਾਪ ਕਰਮ ਕਰਦਾ, ਝੂਠ ਬੋਲਦਾ ਹੈ, ਚੋਰੀਆਂ ਕਰਦਾ, ਠੱਗੀਆਂ ਮਾਰਦਾ, ਉਹਨੂੰ ਸਾਧ ਸੰਗਤ ਜੀ ਫਿਰ ਬਹੁਤ ਜ਼ਿਆਦਾ ਸਜ਼ਾ ਮਿਲਦੀ ਹੈ। ਇਹ ਕਿਹਾ ਜਾਂਦਾ ਕਿ ਤੈਨੂੰ ਪਤਾ ਸੀ, ਜਾਣਬੁੱਝ ਕੇ ਤੂੰ ਇਹ ਪਾਪ ਕਰਮ ਕੀਤਾ ਹੈ। ਸੋ ਇਸ ਲਈ ਜਿਸ ਅਜ਼ਾਮਲ ਦੇ ਪਾਪੀ ਦੇ ਬਾਬਤ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਨਾ, ਇਹ ਸਾਧ ਸੰਗਤ ਜੀ ਕੋਈ ਸਾਧਾਰਨ ਮਨੁੱਖ ਨਹੀਂ ਸੀਗਾ, ਕੋਈ ਬੇਸਮਝ ਨਹੀਂ ਸੀਗਾ, ਬੜਾ ਵੱਡਾ ਗਿਆਨੀ ਗਿਆਨਵਾਨ ਸੀਗਾ। ਇਹ 6 ਸ਼ਾਸਤਰ, 4 ਵੇਦ, 27 ਸਿਮਰਤੀਆਂ, 18 ਪੁਰਾਣ, ਇਹ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਨਾ, ਸਭ ਨੂੰ ਪੜ੍ਹਿਆ ਹੋਇਆ ਵਾਚਨ ਵਾਲਾ ਸੀਗਾ, ਬੜਾ ਵੱਡਾ ਵਿਦਵਾਨ ਸੀ। ਪਰ ਪੂਰਬਲਾ ਕੋ ਮਾੜਾ ਸੰਸਕਾਰ ਅੱਗੇ ਆਉਣੇ ਕਰਕੇ ਪਾਪ ਕਰਮ ਕੀਤਾ, ਵੇਸਵਾ ਦਾ ਸੰਗ ਕਰ ਲਿਆ,
ਪਰ ਮਹਾਰਾਜ ਹਜੂਰ ਕਹਿੰਦੇ ਜਿੰਨੇ ਵੀ ਇਹ ਬੱਜਰ ਪਾਪ ਕੀਤੇ ਆ ਨਾ, ਜਾਣਦੇ ਹੋਏ ਬਾਵਜੂਦ ਵੀ ਫਿਰ ਵੀ ਪਾਪ ਕਰਮ ਕੀਤੇ ਆ, ਉਹ ਸਾਰੇ ਪਾਪ ਕਿਵੇਂ ਕੱਟੇ ਗਏ? ਸਤਿਪੁਰਸ਼ਾਂ ਦੀ ਸੰਗਤ ਕਰਕੇ। ਅਜ਼ਾਮਲ ਪਾਪੀ ਜਗ ਜਾਣੇ, ਨਿਮਕ ਮਾਹਿ ਨਿਸਤਾਰਾ। ਨਿਮਕ ਮਾਤਰ ਸਮੇਂ ਵਿੱਚ ਹੀ ਸਾਰੇ ਦੇ ਸਾਰੇ ਪਾਪ ਕੱਟੇ ਗਏ, ਸਾਰੀ ਸਜ਼ਾ ਮੁਆਫ ਹੋ ਗਈ। ਕਿਵੇਂ? ਸਤਿਪੁਰਸ਼ਾਂ ਦੀ ਸੰਗਤ ਕਰਕੇ, ਜੋ ਰੋ ਰੋ ਕਰਕੇ ਆਪਣੇ ਕੀਤੇ ਹੋਏ ਗੁਨਾਹ ਦੱਸ ਦਿੱਤੇ ਕਿ ਮੇਰੇ ਤੋਂ ਇਹ ਭੁੱਲ ਹੋ ਗਈ ਹੈ, ਪਾਪ ਕਰਮ ਹੋ ਗਿਆ ਤੇ ਮੈਨੂੰ ਕੋਈ ਜੁਗਤੀ ਦੱਸੋ। ਕਿਉਂਕਿ ਸਤਿਪੁਰਸ਼ਾਂ ਦੇ ਕੋਲੋਂ ਹੀ ਮੁਕਤੀ ਦੀ ਜੁਗਤੀ ਮਿਲਦੀ ਹੈ। ਤੇ ਫਿਰ ਉਹਨਾਂ ਨੇ ਭਲਾ ਕਰਨ ਵਾਸਤੇ ਮਹਾਂਪੁਰਸ਼ਾਂ ਨੇ ਕਿਹਾ ਸੀ, ਤੇਰੇ ਘਰ ਵਿੱਚ ਪੁੱਤਰ ਪੈਦਾ ਹੋਵੇਗਾ, ਉਹਦਾ ਨਾਮ ਨਾਰਾਇਣ ਰੱਖ ਦੇਵੇਂ। ਨਾਰਾਇਣ, ਨਾਰਾਇਣ ਇਹ ਪਰਮੇਸ਼ਰ ਦਾ ਨਾਮ ਹੈ। ਤੇ ਸਾਧ ਸੰਗਤ ਉਹਦਾ ਭਲਾ ਕਰ ਦਿੱਤਾ ਹੈ। ਅੰਤਲੇ ਸਵਾਸ ਨਿਕਲਦੀ ਸਾਨੂੰ ਉਸ ਸਮੇਂ ਨਾਰਾਇਣ ਮੁਖ ਤੋਂ ਉਚਾਰਨ ਕਰਦਾ ਹੈ ਤੇ ਸਾਰੇ ਕੀਤੇ ਹੋਏ ਪਾਪ ਕਰਮ ਉਹਦੇ ਕੱਟੇ ਗਏ। ਜੀਵਨ ਜਿਹੜਾ ਸੀ ਸਾਧ ਸੰਗਤ ਸਫਲ ਹੋ ਗਿਆ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਕੋਟ ਕੋਟ ਅਗ ਕਾਟਨ ਹਾਰਾ। ਸਤਿਪੁਰਸ਼ਾਂ ਦਾ ਸੰਗ ਕਰੋੜਾਂ ਕਰੋੜਾਂ ਜੀਵ ਦੇ ਕੀਤੇ ਹੋਏ ਪਾਪ ਕਰਮਾਂ ਨੂੰ ਕੱਟਣ ਵਾਲਾ ਹੈ। ਦੁਖ ਦੂਰ ਕਰਨ ਜੀਵ ਕੇ ਦਾਤਾਰਾ। ਫਿਰ ਸੰਸਾਰ ਦੇ ਕਸ਼ਟਾਂ ਨੂੰ ਦੂਰ ਕਰਨ ਵਾਸਤੇ, ਦੁੱਖਾਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ, ਵਾਹਿਗੁਰੂ ਤੋਂ ਦਾਤਾਂ ਪ੍ਰਾਪਤ ਕਰਨ ਵਾਲੇ, ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਲੇ ਹਨ। ਦਾਤਾਰਾ ਇੱਕ ਪ੍ਰਮਾਤਮਾ ਨੂੰ ਹੀ ਸਭ ਤੋਂ ਸ਼੍ਰੋਮਣੀ ਦਾਤਾਂ ਦੇਣ ਵਾਲਾ ਸਮਝਦੇ ਹੈ ਕਿ ਪ੍ਰਮਾਤਮਾ ਆਪ ਹੀ ਸਭ ਦੀ ਝੋਲੀ ਦਾਤਾਂ ਪਾਉਣ ਵਾਲੇ ਹੋ। ਫਿਰ ਮਹਾਰਾਜ ਕਹਿੰਦੇ ਸਭ ਕਸ਼ਟ, ਸਭ ਦੁੱਖਾਂ ਨੂੰ ਕੱਟਣ ਵਾਲੇ ਐਸੀ ਸਤਿਪੁਰਸ਼ਾਂ ਦੀ ਸੰਗਤ ਹੈ। ਸੂਰਬੀਰ ਬਚਨ ਕੇ ਬਲੀ। ਫਿਰ ਮਹਾਰਾਜ ਹੋਰ ਵੀ ਮਹਿਮਾ ਕਥਨ ਕਰ ਰਹੇ ਹੈ। ਕਹਿੰਦੇ ਸੰਤ ਮਹਾਂਪੁਰਸ਼ ਸੂਰਬੀਰ ਹੁੰਦੇ ਹੈ। ਸੂਰਮਤਾਈ ਉਹਨਾਂ ਦੇ ਵਿੱਚ ਹੁੰਦੀ ਹੈ, ਵੀਰ ਰਸ ਉਹਨਾਂ ਦੇ ਵਿੱਚ ਹੁੰਦਾ ਹੀ ਹੈ। ਪਰ ਐਵੇਂ ਨਹੀਂ ਕਦੇ ਕਿਸੇ ਦੇ ਗਲ, ਸੰਸਾਰ ਦੇ ਲੋਕਾਂ ਦੇ ਕਦੇ ਕਿਸੇ ਦੇ ਗਲ ਪੈ ਗਏ, ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਸੂਰਬੀਰ ਬਚਨ ਕੇ ਬਲੀ। ਬਚਨਾਂ ਦੇ ਬਲੀ ਹੁੰਦੇ ਹੈ। ਬਚਨ ਜੋ ਕਰਦੇ ਹਨ ਸਾਧ ਸੰਗਤ ਜੀ ਉਹਨਾਂ ਨੂੰ ਪੂਰੇ ਕਰਨ ਵਾਲੇ ਹੁੰਦੇ ਹੈ। ਐਸਾ ਉਹਨਾਂ ਸਤਿਪੁਰਸ਼ਾਂ ਦਾ ਜੀਵਨ ਹੋਇਆ ਕਰਦਾ। ਕਿਉਂਕਿ ਤਨ ਕਰਕੇ ਵੀ ਕੋਈ ਵਿਕਾਰਾਂ ਰੂਪੀ ਜਿਹੜਾ ਦੁਸ਼ਮਣ ਹੈ ਉਹਨਾਂ ਨੂੰ ਜਿੱਤ ਨਹੀਂ ਸਕਦਾ। ਮਨ ਕਰਕੇ ਵੀ ਔਗਣਾ ਵਿਸ਼ਿਆਂ ਰੂਪੀ ਕੋਈ ਜਿਹੜਾ ਦੁਸ਼ਮਣ ਉਹਨਾਂ ਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਐਸੀ ਸੂਰਮਤਾਈ, ਸੂਰਬੀਰਤਾ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ। ਇੰਨਾ ਜ਼ਿਆਦਾ ਆਤਮਿਕ ਬਲ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਆ, ਉਹਨਾਂ ਨੂੰ ਜਿੱਤਿਆ ਹੀ ਨਹੀਂ ਜਾ ਸਕਦਾ। ਫਿਰ ਮਹਾਰਾਜ ਕਹਿੰਦੇ ਬਚਨ ਕੇ ਬਲੀ, ਬਚਨਾਂ ਦੇ ਬਲੀ ਹੁੰਦੇ ਹੈ। ਐਸਾ ਉਹਨਾਂ ਦਾ ਜੀਵਨ ਹੈ। ਜੋ ਬਚਨ ਆਪਣੇ ਮੁਖ ਤੋਂ ਕਰ ਦਿੰਦੇ ਉਹਨੂੰ ਪੂਰਾ ਜ਼ਰੂਰ ਬਰ ਜ਼ਰੂਰ ਕਰਦੇ ਹੀ ਕਰਦੇ ਹਨ। ਉਹ ਬਚਨ ਕਰਦੇ ਹੀ ਤਾਂ ਹੈ ਪਰਮਾਤਮਾ ਤੇ ਭਰੋਸਾ ਹੁੰਦਾ ਹੈ। ਬਚਨ ਕਰਦੇ ਹੀ ਉਹ ਹੈ ਜੋ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਉਹਨਾਂ ਨੇ ਦੇਖਿਆ ਹੁੰਦਾ ਹੈ। ਮਹਾਰਾਜ ਜੀ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਹੈ, ਸੰਤਨ ਕੀ ਸੁਨ ਸਾਚੀ ਸਾਖੀ, ਸੋ ਭੋਲੈ ਜੋ ਪੇਖੈ ਆਖੀ। ਮਹਾਰਾਜ ਕਹਿੰਦੇ ਅਸਲ ਦੇ ਵੀ ਸਤਿਪੁਰਸ਼ ਬਚਨ ਕਰਦੇ ਉਹ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਦੇਖਿਆ ਹੁੰਦਾ। ਐਸੀ ਦਿਵ ਦ੍ਰਿਸ਼ਟੀ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ। ਕਦੇ ਵੀ ਝੂਠਾ ਬਚਨ ਨਹੀਂ ਕਰਦੇ। ਆਉਣ ਵਾਲੇ ਸਮੇਂ ਦਾ ਪਤਾ ਹੁੰਦਾ ਸਤਿਪੁਰਸ਼ਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜੋ ਉਹਨਾਂ ਨੇ ਪਹਿਲਾਂ ਦੇਖ ਲਿਆ ਹੁੰਦਾ ਨਾ, ਉਹੋ ਹੀ ਆਪਣੀ ਰਸਨਾ ਤੋਂ ਬਚਨ ਕਰਦੇ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ। ਐਸਾ ਕਹਿੰਦੇ ਉਹਨਾਂ ਦਾ ਜੀਵਨ ਹੈ। ਸੂਰਬੀਰ ਬਚਨ ਕੇ ਬਲੀ, ਐਸੇ ਬਚਨਾਂ ਦੇ ਬਲੀ ਹਨ, ਬਚਨਾਂ ਨੂੰ ਪੂਰੇ ਕਰਨ ਵਾਲੇ ਹਨ। ਕੌਲਾ ਬਪੁਰੀ ਸੰਤੀ ਸ਼ਨੀ। ਫਿਰ ਕੌਲਾ ਜਿਹੜੀ ਮਾਇਆ ਹੈ, ਜਿਸ ਨੇ ਸੰਸਾਰ ਭਰ ਦੇ ਸਭ ਜੀਵਾਂ ਨੂੰ ਛਲ ਲਿਆ, ਆਪਣੇ ਅਧੀਨ ਕਰ ਲਿਆ ਹੈ। ਜਿਹੜੇ ਕੋਈ ਤਪਸਵੀ ਹਨ, ਤਪ ਕਾ ਸਾਧਨਾ ਕਰਦੇ ਹੈ, ਯੋਗਾ ਅਭਿਆਸ ਕਰਨ ਵਾਲੇ ਹਨ, ਹਠ ਯੋਗ ਆਦਿ ਕਮਾਉਣ ਵਾਲੇ ਹੈ, ਜਲ ਧਾਰਾ ਆਦਿ ਕਰਨ ਵਾਲੇ, ਕਿੰਨੇ ਕਿੰਨੇ ਸੰਸਾਰ ਦੇ ਸਾਧਨ ਕਰਨ ਵਾਲੇ ਲੋਕ ਹਨ। ਮਹਾਰਾਜ ਕਹਿੰਦੇ ਸਭ ਨੇ ਇਸ ਮਾਇਆ ਨੇ ਛਲ ਲੈਣਾ ਕੀਤਾ। ਸਭ ਸੰਸਾਰ ਦੇ ਸਾਧਨਾ ਕਰਨ ਵਾਲੇ ਲੋਕਾਂ ਨੂੰ ਛਲ ਕੇ ਆਪਣੇ ਅਧੀਨ ਕਰ ਲਿਆ। ਪਰ ਸਭ ਨੂੰ ਛਲਣ ਵਾਲੀ ਜਿਹੜੀ ਮਾਇਆ ਹੈ, ਪਰਮੇਸ਼ਰ ਦੇ ਪਿਆਰਿਆਂ ਨੇ ਇਸ ਬਪੜੀ ਮਾਇਆ ਨੂੰ ਛਲਦੇ ਹੈ। ਸਾਧ ਸੰਗਤ ਜੀ, ਕੋਈ ਮਹਾਂਪੁਰਸ਼ ਜੋ ਜੰਗਲ ਦੇ ਵਿੱਚ ਜਿਨ੍ਹਾਂ ਨੇ ਸਾਧ ਸੰਗਤ ਆਪਣੀ ਕੁਟੀਆ ਬਣਾਈ ਹੋਈ ਸੀ,
ਤੇ ਮਾਇਆ ਇੱਕ ਵਾਰ ਇਸਤਰੀ ਦਾ ਰੂਪ ਧਾਰਨ ਕਰਕੇ ਛਲਣ ਵਾਸਤੇ ਆਈ ਕਿ ਹੋਰ ਤਾਂ ਸਾਰੇ ਲੋਕ ਮੈਂ ਛਲਦੇ ਆ, ਪਰ ਇਹ ਨਹੀਂ ਮੇਰੇ ਵੱਸ ਵਿੱਚ ਹੋਈ, ਇਹਨਾਂ ਨੂੰ ਆਪਣੇ ਵੱਸ ਵਿੱਚ ਕਰਨਾ ਹੈ। ਇੱਕ ਇਸਤਰੀ ਦਾ ਰੂਪ ਧਾਰਨ ਕਰਕੇ ਆਈ, ਕਹਿਣ ਲੱਗੀ ਮਾਂ ਪੁਰਸ਼ੋ ਕੋਈ ਮੈਨੂੰ ਸੇਵਾ ਬਖਸ਼ੋ, ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਕਹਿੰਦੇ ਨਾ ਬੀਬਾ ਸਾਨੂੰ ਕੋਈ ਸੇਵਾ ਕਰਾਉਣ ਦੀ ਲੋੜ ਨਹੀਂ ਹੈ। ਫਿਰ ਬਾਰ-ਬਾਰ ਜਿੱਦ ਕੀਤੀ ਹੈ, ਹਰ ਰੋਜ਼ ਉਹਨੇ ਆ ਕੇ ਇਹੋ ਬਾਰ-ਬਾਰ ਬੇਨਤੀਆਂ ਕਰਦੀ ਰਹਿਣਾ। ਤੇ ਫਿਰ ਆਖਰਕਾਰ ਕਹਿੰਦੇ ਆ ਜਿਹੜੀ ਸਾਡੀ ਸਿਲਾ ਹੈ ਨਾ, ਇਹਦੇ ਨਾਲ ਹੀ ਸਾਨੂੰ ਪਿਆਰ ਹੈ, ਅਸੀਂ ਇਹਦੇ ਤੇ ਬੈਠ ਕੇ ਬੰਦਗੀ ਕਰਦੇ, ਨਾਮ ਜਪਦੇ, ਚੁੱਕ ਕੇ ਜਿੱਥੇ ਜਾਇਆ ਕਰਾਂਗੇ ਸਾਡੇ ਨਾਲ ਨਾਲ ਚੱਲਿਆ ਕਰੀ, ਇਹ ਕਰ ਲਿਆ ਕਰ। ਕਹਿੰਦੇ ਜੀ ਠੀਕ ਹੈ। 12 ਸਾਲ ਲਗਾਤਾਰ ਜਿੱਥੇ ਵੀ ਮਹਾਂਪੁਰਸ਼ ਜਾਂਦੇ ਉਹ ਸਿਰ ਤੇ ਚੁੱਕ ਕੇ ਸਿਰ ਦੇ ਨਾਲ ਲੈ ਕੇ ਜਾਂਦੀ ਸੀ। ਸਿਰ ਦੇ ਵਾਲ ਘਸ ਗਏ। ਸਾਧ ਸੰਗਤ ਜੀ ਬੜੀ ਦੁਖੀ ਹੋਈ। ਫਿਰ ਇੱਕ ਦਿਨ ਸ਼ਾਹੂਕਾਰ ਨੂੰ ਕਿਹਾ, ਕਹਿੰਦੀ ਕਿ ਮੈਨੂੰ ਇਹਨਾਂ ਮਹਾਂਪੁਰਸ਼ਾਂ ਤੋਂ ਖਹਿੜਾ ਛੁਡਾ, ਮੈਂ ਕਿੱਥੇ ਇਹਨਾਂ ਦੇ ਪੱਲੇ ਪੈ ਗਈ ਹਾਂ। ਤੇ ਸਾਧ ਸੰਗਤ ਤੋਂ ਸ਼ਾਹੂਕਾਰ ਕਹਿੰਦਾ ਕਿ ਮਹਾਂਪੁਰਸ਼ੋ ਇਹਦੇ ਥਾਂ ਤੇ ਨੌਕਰ ਦੇ ਦਿੰਦੇ ਆ। ਕਹਿੰਦੇ ਕੀ ਮਤਲਬ, ਕੀ ਕਿਹਾ? ਕਹਿੰਦੇ ਦੇਖੋ ਇਹ ਭੋਲੇ ਭਾਲੇ ਸੁਭਾਅ ਵਾਲੀ ਇਸਤਰੀ ਹੈ, ਇਹਨੂੰ ਆਪ ਨੇ ਸੇਵਾ ਵਿੱਚ ਲਗਾਇਆ, ਇਹ ਸਿਲਾ ਚੁੱਕਦੇ ਤੇ ਸਿਰ ਦੇ ਵਾਲ ਵੀ ਝੜ ਕੇ ਸੇਵਾ ਕਰ ਕਰਕੇ। ਮਹਾਂਪੁਰਸ਼ ਹੋਰ ਕੋਈ ਮੈਂ ਨੌਕਰ ਤੁਹਾਡੇ ਕੋਲ ਰੱਖ ਦੇਣਾ। ਤੇ ਅੱਗੋਂ ਉਹ ਸ਼ਾਹੂਕਾਰ ਨੂੰ ਕਹਿਣ ਲੱਗੇ ਭਲਿਆ ਅਸੀਂ ਕਿਹੜਾ ਇਹਨੂੰ ਸੱਦਿਆ ਸੀਗਾ ਸੇਵਾ ਵਾਸਤੇ, ਅਸੀਂ ਕਿਹੜਾ ਇਹਨੂੰ ਬੁਲਾਇਆ ਸੀ ਸੇਵਾ ਵਾਸਤੇ, ਆਪ ਜਿੱਦ ਕੀਤੀ ਸੀ ਤਾਂ ਇਹਨੂੰ ਗਲੋਂ ਲਾਉਣ ਦੇ ਵਾਸਤੇ, ਟਾਲਣ ਦੇ ਵਾਸਤੇ ਸਿਲਾ ਦੇ ਸਿਰ ਤੇ ਚੁਕਾ ਦਿੱਤੀ ਹੈ, ਲੈ ਜਾ, ਸਾਨੂੰ ਕਿਹੜਾ ਕੋਈ ਫਰਕ ਪੈਣ ਵਾਲਾ ਹੈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਕੌਲਾ ਬਪਰੀ ਸੰਤੀ ਛਲੀ। ਕੌਲਾ ਮਾਇਆ ਬਪੜੀ ਜਿਹੜੀ ਵਿਚਾਰੀ ਜਿਹਨੇ ਸੰਸਾਰ ਦੇ ਸਭ ਲੋਕਾਂ ਨੂੰ ਛੱਡ ਲਿਆ, ਇੰਨੀ ਪ੍ਰਭ ਲਿਆ, ਦੇਵੀ ਸ਼ਕਤੀਆਂ ਨੂੰ ਜਿਸ ਨੇ ਛੱਡਿਆ ਨਹੀਂ ਹੈ। ਮਹਾਰਾਜ ਕਹਿੰਦੇ ਸੰਤਾਂ ਮਹਾਂਪੁਰਸ਼ਾਂ ਨੇ ਉਸ ਮਾਇਆ ਨੂੰ ਵੀ ਛੱਡਦੇ ਹੈ, ਆਪਣੇ ਅਧੀਨ ਕਰ ਲਿਆ ਹੈ। ਤਾਕਾ ਸੰਗ ਬਾਛੈ ਸੁਰਦੇਵ। ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ, ਕਿੰਨੀ ਪਰਮ ਤੇ ਮਹਾਨ ਵਡਿਆਈ ਹੈ ਸਤਿਪੁਰਸ਼ਾਂ ਦੀ ਸੰਗਤ ਕਰਨ ਦੀ। ਪਰ ਜਿਨ੍ਹਾਂ ਨੂੰ ਸੋਝੀ ਆਉਂਦੀ ਹੈ ਨਾ, ਉਹ ਸਾਧ ਸੰਗਤ ਜੀ ਕਦਰ ਕਰਦੇ ਹੈ। ਬੇਸਮਝ ਮਨੁੱਖ ਤਾਂ ਇਹੋ ਮਨ ਵਿੱਚ ਪ੍ਰਤੀਤ ਕਰਦੇ ਹੈ ਕਿ ਸਤਿਪੁਰਸ਼ਾਂ ਦੇ ਨੇੜੇ ਬੈਠਣਾ ਤਾਂ ਐਵੇਂ ਫਜ਼ੂਲ ਸਮਾਂ ਹੀ ਗਵਾਉਣ ਵਾਲੀ ਗੱਲ ਹੈ, ਕਿਉਂਕਿ ਬੇਸਮਝ ਹੁੰਦੇ ਹੈ, ਅਗਿਆਤ ਹੁੰਦੇ ਹੈ। ਬੇਸਮਝ ਮਨੁੱਖ ਸਤਿਪੁਰਸ਼ਾਂ ਦੀ ਸੰਗਤ ਕਰਨੇ ਦਾ ਜੋ ਫਲ ਹੈ ਨਹੀਂ ਜਾਣ ਸਕਦਾ। ਬੇਗਿਆਤ ਹੋਣੇ ਕਰਕੇ ਮਹਾਰਾਜ ਕਹਿੰਦੇ ਉਹਨੂੰ ਪਤਾ ਨਹੀਂ ਕਿੰਨੀ ਪਰਮ ਤੇ ਮਹਾਨ ਇਹ ਵਡਿਆਈ ਹੈ। ਪਰ ਜਿਨ੍ਹਾਂ ਨੂੰ ਪਤਾ ਹੈ, ਮਹਾਰਾਜ ਕਹਿੰਦੇ ਉਹ ਦੇਵੀ ਦੇਵਤੇ ਵੀ ਲੋਚਦੇ ਆ ਕਿ ਸਾਨੂੰ ਸਤਿਪੁਰਸ਼ਾਂ ਦੀ ਸੰਗਤ ਮਿਲ ਜਾਵੇ, ਸਾਡਾ ਉਦਾਰ ਹੋ ਜਾਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਆਖ ਰਹੇ ਨੇ, ਤਾਕਾ ਸੰਗ ਬਾਛੈ ਸੁਰਦੇਵ। ਸੁਰਦੇਵ ਜਿਹੜੇ ਸਾਧ ਸੰਗਤ ਜੀ ਦੇਵ ਦੇਵੀ ਦੇਵਤੇ ਹੈ, ਜਿਹੜੇ ਸਵਰਗਾਂ ਵਿੱਚ ਨਿਵਾਸ ਰੱਖਦੇ ਹੈ, ਉਹ ਹਰ ਸਮੇਂ ਲੋਚਦੇ ਰਹਿੰਦੇ ਹੈ ਕਿ ਸਾਨੂੰ ਸਤਿਪੁਰਸ਼ਾਂ ਦੀ ਸੰਗਤ ਮਿਲ ਜਾਵੇ। ਅਮੋਗ ਦਰਸ ਸਫਲ ਜਾ ਕੀ ਸੇਵਾ। ਜਿਨ੍ਹਾਂ ਦੇ ਦਰਸ਼ਨ ਸਾਧ ਸੰਗਤ ਜੀ ਫਲਾਂ ਦੇ ਸਿੱਧ ਹਨ, ਕਦੇ ਵੀ ਵਿਅਰਥ ਨਹੀਂ ਜਾਂਦੇ। ਤੇ ਜੇ ਪਿਆਰ ਦੇ ਨਾਲ ਸਤਿਪੁਰਸ਼ਾਂ ਦੀ ਸੇਵਾ ਕੀਤੀ ਜਾਵੇ ਤੇ ਮਹਾਰਾਜ ਕਹਿੰਦੇ ਗਿਆਨ ਰੂਪ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਮਹਾਨ ਤੇ ਪਰਮ ਸਤ ਸੰਗਤ ਕਰਨੇ ਦੀ, ਸਤਿਪੁਰਸ਼ਾਂ ਦੀ ਸੇਵਾ ਕਰਨੇ ਦੀ ਮਹਾਨ ਤੇ ਪਰਮ ਵਡਿਆਈ ਹੈ। ਪਰ ਹਜੂਰ ਕਹਿੰਦੇ ਹਨ, ਸੰਤ ਕਾ ਸੰਗ ਵਡਭਾਗੀ ਪਾਈ ਹੈ। ਸਤਿਪੁਰਸ਼ਾਂ ਦਾ ਜਿਹੜਾ ਸੰਗਤ ਮਿਲਦੀ ਹੈ ਨਾ, ਵੱਡਿਆਂ ਭਾਗ ਹੋਣ ਤਾਂ ਕਿਤੇ ਜਾ ਕਰਕੇ ਪ੍ਰਾਪਤੀ ਹੁੰਦੀ ਹੈ। ਬਿਨਾਂ ਭਾਗਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਤ ਕਾ ਸੰਗ ਵਡਭਾਗੀ ਪਾਈ ਹੈ। ਤੇ ਸੰਤਾਂ ਦੀ ਸੇਵਾ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤ ਕੀ ਸੇਵਾ ਨਾਮ ਤੇ ਆਈ ਹੈ। ਪਰਮੇਸ਼ਰ ਦਾ ਨਾਮ ਤੇ ਆਉਣਾ, ਔਰ ਇਹ ਉਪਦੇਸ਼ ਹੀ ਸਤਿਪੁਰਸ਼ਾਂ ਦਾ ਇਹੋ ਹੁੰਦਾ ਹੈ ਕਿ ਭਲਿਓ ਸੇਵਾ ਸਿਮਰਨ ਕਰਿਆ ਕਰੋ ਤਾਂ ਤੁਹਾਡਾ ਭਲਾ ਹੋਵੇਗਾ। ਕਿੰਨੀਆਂ ਕਿੰਨੀਆਂ ਕਈ ਵਾਰ ਅਰਦਾਸਾਂ ਕਰਾਉਣ ਵਾਸਤੇ ਪ੍ਰੇਮੀਆਂ ਨੂੰ ਦੇਖੀਦਾ ਹੈ ਕਿ ਸਾਨੂੰ ਇਹ ਦਾਤ ਮਿਲ ਜਾਵੇ, ਸਾਨੂੰ ਇਹ ਪ੍ਰਾਪਤੀ ਹੋ ਜਾਵੇ, ਸਾਨੂੰ ਇਹ ਸੁੱਖ ਮਿਲ ਜਾਵੇ, ਇਹ ਦੁੱਖ ਕੱਟੇ ਜਾਣ। ਤੇ ਸਤਿਪੁਰਸ਼ਾਂ ਦਾ ਇਹੋ ਬਚਨ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਗੁਰੂ ਨਾ ਮੰਨੋ। ਇੱਕ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਰੱਖੋ, ਸੇਵਾ ਸਿਮਰਨ ਕਰਿਆ ਕਰੋ, ਪਰਮਾਤਮਾ ਸਾਰੇ ਕਾਰਜ ਰਾਸ ਕਰ ਦੇਵੇਗਾ। ਗਰੀਬ ਨਵਾਜ
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਅਮੋਘ ਦਰਸ਼ਨ ਜਾ ਸਫਲ ਜਾ ਕੀ ਸੇਵ। ਜਿਨ੍ਹਾਂ ਦੀ ਸੇਵਾ ਕੀਤੀ ਹੋਈ ਮਹਾਰਾਜ ਕਹਿੰਦੇ ਕਦੇ ਵਿਅਰਥ ਨਹੀਂ ਜਾਂਦੀ, ਫਲਾਂ ਦੇ ਸਹਿਤ ਹੁੰਦੀ ਹੈ। ਕਰ ਜੋੜ ਨਾਨਕ ਕਰੇ ਅਰਦਾਸ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬੇਨਤੀ ਕਰਨ ਦੀ ਜਾਤ ਦੱਸ ਰਹੇ ਹਨ। ਐ ਗੁਰਸਿੱਖੋ, ਮਹਾਰਾਜ ਸਾਹਿਬ ਜੀ ਦੀ ਸਨਮੁਖ ਹੋ ਕਰਕੇ ਅਰਦਾਸ ਕਰਨੀ ਚਾਹੀਦੀ ਹੈ। हे ਮਹਾਰਾਜ, ਹੱਥ ਜੋੜ ਕਰਕੇ ਅਸੀਂ ਅਰਦਾਸ ਕਰਦੇ ਹਾਂ, ਅਰਜ਼ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ। ਮਨ ਬੁੱਧ ਰੂਪੀ ਹੱਥ ਜੋੜ ਕੇ ਮਹਾਰਾਜ ਤੁਹਾਡੇ ਸਨਮੁਖ ਹੋ ਕਰਕੇ ਅਰਦਾਸ ਕਰਦੇ ਹਾਂ। ਮੋਹੇ ਸੰਤਹਿ ਟਹਿਲ ਬੀਜੈ ਗੁਣਤਾਸ। हे ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ, ਕਿਰਪਾ ਕਰੋ, ਬਖਸ਼ਿਸ਼ ਕਰੋ, ਰਹਿਮਤ ਕਰੋ, ਕਿਰਪਾਲਤਾ ਕਰ ਦੇਵੋ। ਮਹਾਰਾਜ ਆਪਣੇ ਸਤਿਪੁਰਸ਼ਾਂ ਦੀ ਚਰਨਾਂ ਦੀ ਟਹਿਲ ਬਖਸ਼ਿਸ਼ ਕਰ ਦੇਵੋ। ਆਪ ਜੀ ਦੇ ਪਿਆਰੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦੀ ਮਹਾਰਾਜ ਸੇਵਾ ਸਾਨੂੰ ਬਖਸ਼ਿਸ਼ ਕਰੋ, ਜਿਸ ਕਰਕੇ ਸਾਡਾ ਵੀ ਭਲਾ ਹੋ ਜਾਵੇ, ਜਿਸ ਕਰਕੇ ਸਾਡੀ ਵੀ ਜੀਵਨ ਦੀ ਸਫਲਤਾ ਬਣ ਜਾਵੇ। ਐਸੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰ ਦੇਵੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਗੁਰਬਾਣੀ ਵਿੱਚ ਹੋਰ ਵੀ ਐਸੇ ਬੇਨਤੀਆਂ ਭਰੇ ਬਚਨ ਹਨ। ਐਸੀ ਕਿਰਪਾ ਮੋਹਿ ਕਰਹੁ, ਸੰਤਹ ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਧੂਰ ਪਰਹੁ। ਮਹਾਰਾਜ ਆਪ ਜੀ ਦੇ ਪਿਆਰੇ ਸਤਿਪੁਰਸ਼ਾਂ ਦੇ ਚਰਨ ਧੂੜ ਸਾਡੇ ਮਸਤਕ ਤੇ ਪਾਹੇ। ਮਹਾਰਾਜ ਆਪ ਜੀ ਦੇ ਪਿਆਰਿਆਂ ਦੀ ਸਾਨੂੰ ਦੀਦਾਰ ਪ੍ਰਾਪਤ ਹੁੰਦੇ ਰਹਿਣ, ਔਰ ਸਾਡਾ ਮਹਾਰਾਜ ਮਸਤਕ ਆਪ ਦੇ ਪਿਆਰਿਆਂ ਦੇ ਚਰਨਾਂ ਤੇ ਝੁਕਦਾ ਰਹੇ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ, ਔਰ ਸਾਡੇ ਹਿਰਦੇ ਅੰਦਰ ਵੀ ਮਹਾਰਾਜ ਗਰੀਬੀ ਦੀ ਦਾਤ ਬਖਸ਼ਿਸ਼ ਕਰ ਦੇਵੋ। ਇਹ ਗਰੀਬ ਨਵਾਜ ਸਤਿਗੁਰੂ ਜੀ ਨੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਐਸਾ ਮਹਾਨ ਤੇ ਪਰਮ ਜੀਵਨ ਹੈ ਸਤਿਪੁਰਸ਼ਾਂ ਦਾ। ਕਿਉਂਕਿ ਭਗਤ ਕਬੀਰ ਸਾਹਿਬ ਜੀ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਕਹਿੰਦੇ ਕਿ ਚੰਦਨ ਦੀ ਸੰਗਤ ਕਰਨ ਦੇ ਨਾਲ ਜਿਹੜੇ ਜੰਗਲ ਦੇ ਰੁੱਖ ਹੁੰਦੇ ਆ ਨਾ, ਉਹ ਚੰਦਨ ਰੂਪ ਹੀ ਹੋ ਜਾਂਦੇ ਆ। ਪਾਰਸ ਦਾ ਸਪਰਸ਼ ਮਿਲ ਜਾਵੇ, 8 ਧਾਤਾਂ ਸੋਨਾ ਬਣ ਜਾਂਦੀਆਂ ਨੇ। ਤੇ ਸਤਿਪੁਰਸ਼ਾਂ ਦੀ ਸੰਗਤ ਮਿਲ ਜਾਵੇ, ਜੀਵ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਭੇਦਤਾ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਮਹਾਰਾਜ, हे ਗਰੀਬ ਨਵਾਜ, ਸਤਿਗੁਰੂ ਜੀ ਸਾਨੂੰ ਆਪਣੇ ਪਿਆਰਿਆਂ ਦੀ ਸਤਿਪੁਰਸ਼ਾਂ ਦੀ ਸੰਗਤ ਦੀ ਦਾਤ ਬਖਸ਼ਿਸ਼ ਦੇ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖੋ। ਇਹ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਿਲ ਕਰਕੇ ਬੇਨਤੀ ਕਰੀਏ। हे ਮਹਾਰਾਜ ਸੱਚੇ ਪਾਤਸ਼ਾਹ, ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤਹਿ ਟਹਿਲ ਦੀਜੈ ਗੁਣਤਾਸ। हे ਗੁਣਾਂ ਦੇ ਖਜ਼ਾਨੇ ਆਪਣੇ ਪਿਆਰਿਆਂ ਦੀ ਸਤਿਪੁਰਸ਼ਾਂ ਦੀ ਚਰਨਾਂ ਦੀ ਸੇਵਾ ਕਿਰਪਾ ਕਰਕੇ ਬਖਸ਼ਿਸ਼ ਕਰੋ। ਮਹਾਰਾਜ ਨਾਮ ਬਾਣੀ ਦਾ ਆਸਰਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਕਰਕੇ ਰੱਖੋ। ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਲੇਖੈ ਕਤਹਿ ਨਾ ਛੁਟੀਐ, ਖਿਨ ਖਿਨ ਭੁੱਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਰ ਜੋੜ ਨਾਨਕ ਕਰੇ ਅਰਦਾਸ, ਮੋਹੇ ਸੰਤਹਿ ਟਹਿਲ ਬੀਜੈ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।